चीज़ां ਇਹਦੇ 'ਚ ਇਹ ਰਲ ਗਈਆਂ। 25ਵੀਂ ਜਿਹੜੀ ਅਸਲੀ ਚੀਜ਼ ਆ ਉਹ ਆਤਮਾ ਹੈ, ਉਹ ਅਸਲ ਹੈ, ਬਾਕੀ ਉਹਦਾ ਪਰਛਾਵਾਂ ਹੈ ਸਾਰਾ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦੀਸਈ ਨਾ ਪਰ ਪੰਖੀ ਤਾਏ। ਆਉਂਦਾ ਜਾਂਦਾ ਦਿਸਦਾ ਨਹੀਂ ਹੈ। ਇੱਕ ਤਾਂ ਇਹਦੇ ਵਿੱਚ ਉਹ ਪੰਖੀ ਹੈ ਜਿਹੜਾ ਫਲ ਖਾਂਦਾ ਅਤੇ ਭੁਗਤਦਾ, ਇੱਕ ਉਹ ਹੈ ਜਿਹੜਾ ਸੱਚ 'ਚ ਆਨੰਦ ਦੇ ਵਿੱਚ ਬੈਠਾ ਹੈ। ਅਸਲੀ ਕਿਹੜਾ ਹੈ? ਮਹਾਰਾਜ ਕਹਿੰਦੇ ਅਸਲੀ ਤਾਂ ਉਹ ਹੈ ਜਿਹੜਾ ਸੱਚ ਚਿੱਤ ਆਨੰਦ ਹੈ, ਜਿਹੜਾ ਦੂਸਰਾ ਉਹ ਪਰਛਾਵਾਂ ਹੈ, ਉਸ ਦਾ ਪਰਛਾਵਾਂ ਹਰਕਤ ਕਰ ਰਿਹਾ। ਕਬੀਰ ਸਾਹਿਬ ਨੇ ਵੀ ਕਬੀਰ ਨਿਰਮਲ ਬੂੰਦ ਆਕਾਸ਼ ਗਈ ਲੀਨੀ ਭੂਮ ਮਲਾਏ, ਉਹ ਜਿਹੜੀ ਚੇਤਨ ਜੋਤ ਸੀ ਉਹਦੀ ਧਾਰਾ ਆ ਕੇ ਪ੍ਰਕਿਰਤੀ 'ਚ ਰਲ ਗਈ। ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ, ਬੇਅੰਤ ਫਿਲਾਸਫਰ ਬੇਅੰਤ ਚਿੰਤਕ ਸਾਧਕ ਸਾਧਨਾ ਕਰਨ ਵਾਲੇ ਖੱਪ ਗਏ, ਲੇਕਿਨ ਉਹ ਅੱਡ ਨਹੀਂ ਕੀਤੀ ਗਈ, ਪ੍ਰਕਿਰਤੀ ਦੇ ਵਿੱਚੇ ਰਹਿੰਦੀ ਹੈ। ਮੈਂ ਨੂੰ ਕੋਈ ਜਿੱਤ ਨਹੀਂ ਸਕਿਆ, ਤੋੜ ਨਹੀਂ ਸਕਿਆ। ਕਬੀਰ ਨਿਰਮਲ ਬੂੰਦ ਆਕਾਸ਼ ਗਈ ਮਿਲ ਗਈ ਭੂਮ ਬੇਕਾਰ, ਬਿਨ ਸੰਗਤਿਓਂ ਮਾਨਈ ਹੋਏ ਗਈ ਪਟਛਾਲ। ਉਹ ਆਤਮ ਜੋਤ ਪ੍ਰਕਿਰਤੀ ਦੇ ਵਿੱਚ ਆ ਕੇ ਮੈਂ ਬਣ ਗਈ, ਜੀਵ ਆਤਮਾ ਬਣ ਗਈ, ਪ੍ਰਤੰਤਰ ਹੋ ਗਈ ਅਤੇ ਬਬਲ ਪੈ ਗਿਆ, ਆਲੇ ਦੁਆਲੇ ਪਰਦਾ ਪੈ ਗਿਆ। ਪਰਦਾ ਹੋ ਕੇ ਵੱਖਰੀ ਹਸਤੀ ਬਣ ਗਈ, ਆਪਣੀ ਸੋਰਸ ਨਾਲੋਂ ਟੁੱਟ ਗਈ। ਅਤੇ ਹੁਣ ਹੋਇਆ ਕਿ ਸੋਰਸ ਨਾਲੋਂ ਟੁੱਟਣ 'ਤੇ ਬਈ ਬੇਅੰਤ ਸਿਆਣੇ ਖੱਪ ਗਏ, ਅਤੇ ਉਹ ਕੈਸੀ ਬਣ ਗਈ? ਭੱਠ ਵਰਗੀ ਬਣ ਗਈ ਬਿਨ ਸੰਗਤ। ਜਦੋਂ ਸੰਗਤ ਟੁੱਟੀ ਪਰਮੇਸ਼ਰ ਦੇ ਨਾਲੋਂ, ਇਹਦਾ ਵਿਛੋੜਾ ਹੋਇਆ, ਉਸ ਵੇਲੇ ਇਹ ਪ੍ਰਕਿਰਤੀ ਦਾ ਰੂਪ ਧਾਰ ਕੇ ਮੈਂ ਕਹਿਣ ਲੱਗੀ, ਆਪਣੇ ਆਪ ਨੂੰ ਮਿੱਟੀ ਮੰਨ ਲਿਆ। ਸੋ ਇੱਕ ਜ਼ਬਰਦਸਤ ਪਰਦਾ ਪੈ ਗਿਆ। ਅੰਤਰ ਲੱਖ ਨਾ ਜਾਈ ਲਖਿਆ, ਵਿੱਚ ਪਰਦਾ ਹਉਮੈ ਪਾਈ। ਈਗੋ ਦਾ ਪਰਦਾ ਪੈ ਗਿਆ। ਹੈਗਾ ਵਾਹਿਗੁਰੂ ਕੋਲੇ, ਨਾਲ ਹੀ ਰਹਿੰਦਾ, ਕਿਤੇ ਦੂਰ ਨਹੀਂ ਜਾਂਦਾ। ਉਹ ਇਸ ਤਰ੍ਹਾਂ ਸਮਝ ਲਓ ਜਿਹੜਾ ਅਟੈਨਾ ਹੁੰਦਾ ਹੈ, ਫੋਲਡਿੰਗ ਅਟੈਨਾ ਕਾਰਾਂ 'ਚ ਲੱਗਿਆ ਹੋਇਆ, ਉਹ ਜਦੋਂ ਵਿੱਚੋਂ ਖਿੱਚਦਿਆਂ ਹੋਰ ਨਿਕਲ ਆਉਂਦਾ, ਉਹਦੇ ਵਿੱਚੋਂ ਖਿੱਚਦਿਆਂ ਹੋਰ ਨਿਕਲ ਆਉਂਦਾ, ਉਹਦੇ ਵਿੱਚੋਂ ਖਿੱਚਦਿਆਂ ਹੋਰ ਨਿਕਲ ਆਉਂਦਾ। ਹੈ ਤਾਂ ਸਾਰਾ ਇੱਕ, ਲੇਕਿਨ ਸਟੇਜ 'ਚ ਫਰਕ ਪੈ ਗਿਆ। ਇਸੇ ਤਰ੍ਹਾਂ ਜਿਹੜਾ ਆਤਮ ਤੱਤ ਹੈ ਜਦ ਹੇਠਾਂ ਨੂੰ ਗਿਰਿਆ, ਉਹ ਜੀਵ ਆਤਮਾ ਬਣ ਗਿਆ। ਜੀਵ ਭਾਵ ਉਹਦੇ 'ਚ ਪੈਦਾ ਹੋ ਕੇ ਹੰਗਤਾ ਅਤੇ ਮਮਤਾ ਪੈਦਾ ਹੋ ਗਈ, ਆਈ ਐਂਡ ਮਾਈ। ਉਹਦੇ ਨਾਲ ਉਹਦੀ ਇੰਡੀਵਿਜੂਅਲ ਹਸਤੀ ਬਣ ਗਈ ਅਤੇ ਫੀਲਿੰਗ ਵੱਖਰੀ ਹੋਣ ਕਰਕੇ ਉਹਨੂੰ ਚਿੱਤ ਬਣ ਗਿਆ, ਚਿੱਤ ਦੇ ਨਾਲ ਰਲ ਗਈ। ਜਦੋਂ ਚਿੱਤ ਬਣਿਆ ਅਤੇ ਉਸ ਨੂੰ ਫਿਰ ਇਹ ਹੋਇਆ ਵੀ ਐਸੀਆਂ ਚੀਜ਼ਾਂ ਨਾ ਹੋਣ ਜਿਹੜੀਆਂ ਮੈਨੂੰ ਤਕਲੀਫ ਦੇਣ, ਦੁਖੀ ਕਰਨ। ਉਹ ਡਿਸਟਿੰਕਸ਼ਨ ਸ਼ਕਤੀ ਇਹਦੇ 'ਚ ਪੈਦਾ ਹੋ ਗਈ, ਜਿਹਨੂੰ ਬੁੱਧੀ ਕਹਿੰਦੇ। ਬੁੱਧੀ ਦੇ ਬਾਅਦ ਇਹ ਜਿਹੜਾ ਸਰੀਰ ਸੀ, ਇੱਥੇ ਆ ਕੇ ਇਹਦਾ ਸੰਗਮ ਹੋ ਗਿਆ। ਹੇਠਲੇ ਪਾਸੋਂ 5 ਤੱਤ, 5 ਪ੍ਰਾਣ, 5 ਕਰਮ ਇੰਦਰੇ, 5 ਗਿਆਨ ਇੰਦਰੇ, ਇਹਨਾਂ ਦਾ ਸਰਦਾਰ ਜਿਹੜਾ ਸੀ 21ਵਾਂ ਉਹ ਮਨ ਹੋ ਗਿਆ। ਅਤੇ ਉੱਪਰਲੇ ਪਾਸਿਓਂ ਇਹ ਜਿਹੜੀ ਚੇਤਨ ਜੋਤ ਸੀ ਹੇਠਾਂ ਥਈ ਬੁੱਧੀ ਆ ਗਈ, ਬੁੱਧੀ ਬਣ ਗਈ। ਬੁੱਧੀ ਦੇ ਨਾਲ ਇਹ ਆਪਣੇ ਆਪ ਨੂੰ ਸਮਝਣ ਲੱਗ ਗਿਆ ਕਿ ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਨੇਕ ਹਾਂ, ਮੈਂ ਬਾਦਾ। ਕਿਉਂਕਿ ਬੁੱਧੀ ਨੇ ਇਹ ਗੱਲ ਭਾਵ ਦਿੱਤੀ ਹੈ ਤਾਂ ਆਤਮਾ ਤਾਂ ਸਦਾ ਹੀ ਨੇਕ ਹੈ, ਉਹਦੇ 'ਚ ਤਾਂ ਬੁਰਾਈ ਹੈ ਨਹੀਂ। ਚਿੱਤ ਦੇ ਨਾਲ ਰਲ ਕੇ ਇਹਦੇ 'ਚ ਫੀਲਿੰਗ ਹੋ ਗਈ ਕਿ ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਗਰੀਬ ਹਾਂ, ਮੈਂ ਅਮੀਰ ਹਾਂ। ਫੀਲਿੰਗ ਆ ਗਈ। ਮੈਂ ਪ੍ਰਸੰਨ ਹਾਂ, ਮੈਂ ਬਹੁਤ ਨਾਰਾਜ਼ੀ ਵਿੱਚ ਹਾਂ। ਅਤੇ ਮੈਂ ਭਾਵ ਨੇ ਸਾਰੀ ਚੀਜ਼ ਨੂੰ ਸਮਝ ਲਿਆ। ਇਹ ਚਾਰੇ ਚੀਜ਼ਾਂ ਨੂੰ ਅੰਤਸ਼ਕਰਨ ਕਹਿੰਦੇ ਨੇ। ਸੋ ਅੰਤਸ਼ਕਰਨ 'ਚ ਰਲ ਕੇ ਇਹ ਚੇਤਨ ਜੋਤ ਜਿਵੇਂ ਭੱਠ 'ਚ ਬੂੰਦ ਪੈ ਕੇ ਛਾਲ ਸੁਆਹ ਬਣ ਜਾਂਦੀ ਹੈ, ਐਂ ਬਣ। ਸੋ ਇਸ ਤਰ੍ਹਾਂ ਅੰਤਰ ਲੱਖ ਨਾ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ। ਪੜਦਾ ਪੈ ਗਿਆ। ਧਨ ਪਿਰਕਾ ਇੱਕ ਹੀ ਸੰਗ ਵਾਸਾ। ਇੱਕ ਹੋਰ ਥਾਂ ਮਹਾਰਾਜ ਇਹ ਕਹਿੰਦੇ ਨੇ ਕਿ ਰੱਬ ਨੂੰ ਕਿਉਂ ਤੁਸੀਂ ਬਾਹਰ ਭਾਲਦੇ ਹੋ? ਕਿਉਂ ਫਿਰਦੇ ਹੋ ਮੰਦਰਾਂ ਦੇ ਅੰਦਰ? ਕਿਉਂ ਫਿਰਦੇ ਹੋ ਬਾਹਰ ਦੂਰ ਦਰਾਜ ਤੀਰਥਾਂ ਦੇ ਕਰਦੇ ਹੋਏ? ਇਸ਼ਨਾਨ ਕਰਦੇ ਫਿਰਦੇ ਹੋ, ਅਤੇ ਤੀਰਥ ਤਾਂ ਤੁਹਾਡੇ ਅੰਦਰੇ ਹੈ। ਅਤੇ ਹੈ ਵੀ ਐਸਾ ਤੀਰਥ ਜਦੋਂ ਉਹਦੇ 'ਚ ਇਸ਼ਨਾਨ ਹੋ ਗਿਆ ਫਿਰ ਮੌਤ ਹੀ ਨਹੀਂ ਆਉਂਦੀ। ਅਤੇ ਉਹਦੇ 'ਚ ਅਸੀਂ ਅੰਮ੍ਰਿਤ ਪੀ ਲੈਂਦੇ ਹਾਂ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਪਰ ਪਤਾ ਨਹੀਂ ਲੱਗਿਆ। ਕਹਿੰਦੇ ਮਨਮੁੱਖਾਂ ਸਾਧ ਨਾ ਪਾਇਆ। ਮਨਮੁੱਖਾਂ ਨੂੰ ਇਸ ਦਾ ਸਵਾਦ ਦਾ ਪਤਾ ਨਹੀਂ ਲੱਗ ਸਕਿਆ। ਕਿਸ ਤਰ੍ਹਾਂ ਮਹਾਰਾਜ ਕਹਿੰਦੇ ਹੋਵੇ ਅੰਦਰ ਅਤੇ ਸਾਨੂੰ ਪਤਾ ਨਾ ਲੱਗੇ। ਕਹਿੰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਹੈਗੀਆਂ ਅੰਦਰ, ਲੇਕਿਨ ਪਤਾ ਨਹੀਂ ਲੱਗਦਾ। ਦੇਖੋ ਹਰਨ ਹੈ,
ਉਹਦੀ ਨਾਭੀ ਦੇ ਅੰਦਰ ਕਸਤੂਰੀ ਦਾ ਨਾਫਾ ਹੋ ਜਾਂਦਾ, ਉਹਨੂੰ ਸੁਗੰਧੀ ਆਉਂਦੀ ਹੈ ਉਹਦੀ ਜਦ ਹਵਾ ਚੱਲਦੀ ਹੈ, ਤੇ ਉਹ ਝਾੜਾਂ 'ਚ ਮੂੰਹ ਦੇ ਦੇ ਕੇ ਸੁੰਘਦਾ, ਜਾਂ ਚਿੱਕੜ ਵਿੱਚ ਮੂੰਹ ਦਿੰਦਾ, ਹੁੰਦੀ ਉਹਦੇ ਅੰਦਰ ਹੈ, ਬਾਹਰ ਭਾਲਦਾ। ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭਲਾਈ। ਉਹ ਤਾਂ ਕਹਿੰਦੇ ਕਮਲਾ ਬੰਦਾ ਹੈ, ਬਾਹਰ ਟੋਲਦਾ ਫਿਰਦਾ, ਬਾਹਰ ਨਹੀਂ ਹੈ, ਸਭ ਕੁਛ ਅੰਦਰ ਹੈ। ਸੋ ਅੰਦਰ ਵਾਲੀ ਚੀਜ਼ ਨੂੰ ਬੁੱਝਣੀ ਜ਼ਰੂਰੀ ਹੁੰਦਾ ਹੈ। ਜੋ ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਕਹਿੰਦੇ ਕਰਾਰੀ ਕੰਧ ਬਣ ਗਈ ਉਹਦੇ ਵਿੱਚ, ਤੇ ਇਹ ਵਸਦੇ ਦੋਏ ਇਕੱਠੇ ਨੇ, ਇਕੱਠੇ ਰਹਿੰਦੇ ਨੇ, ਲੇਕਿਨ ਕੰਧ ਬਣ ਗਈ। ਹਾਂ ਹਾਂ ਭੀਤ ਭਇਓ ਹੈ ਵਿੱਚੋ, ਭੀਤ ਕੰਧ ਨੂੰ ਕਹਿੰਦੇ ਨੇ। ਬਿਨ ਪੇਖੇ ਦੁਰਾਈ ਹਾਂ ਹਾਂ ਭੀਤ ਭਇਓ ਹੈ ਵਿੱਚੋ, ਸੁਣਤ ਦੇਸ ਨਿਕਟਾਇਓ। ਕਹਿੰਦੇ ਸੁਣਦੇ ਆ ਵੀ ਬਿਲਕੁਲ ਨੇੜੇ ਹੈ, ਪਰ ਕੰਧ ਬਣ ਗਈ ਹਉਮੈ ਦੀ। ਭਾਵੀਰੀ ਕੇ ਪਾਤ ਪਾਰ ਦੋ। ਕਹਿੰਦੀ ਕਿੰਨੀ ਕਹਿ, ਕਹਿੰਦੇ ਜਿੰਨਾ ਪਲਾਸਟਿਕ ਦਾ ਪਤਲੇ ਤੋਂ ਪਤਲਾ ਕੱਪੜਾ ਹੈ। ਮਿਸਾਲ ਦੇਣ ਵਾਸਤੇ ਇਹ ਗੱਲ ਕਹਿੰਦੇ ਨੇ ਵੀ ਇੰਨੀ ਕੁ ਪਤਲੀ ਹੈ, ਤੇ ਉਹਦੇ ਬਗੈਰ ਦੂਰ ਲੱਗਦਾ ਉਹ, ਵੀ ਇੱਥੇ ਨੇੜੇ ਨਹੀਂ ਹੈ, ਦੂਰ ਹੈ। ਮਹਾਰਾਜ ਕਹਿੰਦੇ ਉਹ ਲਖਿਆ ਨਹੀਂ ਜਾਂਦਾ, ਅੰਦਰ ਲੱਖ ਨਾ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ। ਤੇ ਉਹਨੂੰ ਕੋਈ ਲੱਖ ਨਹੀਂ ਸਕਦਾ। ਹਉਮੈ ਦੇ ਸਰੂਪ ਨੇ ਜਿਹੜੇ, ਮਾਇਆ ਵੀ ਉਹਦਾ ਸਰੂਪ ਹੈ, ਮੋਹ ਵੀ ਉਹਦਾ ਸਰੂਪ ਹੈ, ਕ੍ਰੋਧ ਵੀ ਉਹਦਾ ਸਰੂਪ ਹੈ, ਸਾਰੇ ਹੀ ਨੇ ਬੇਅੰਤ ਸਰੂਪ ਨੇ। ਸ਼ਬਦ ਸਪਰਸ਼ ਰੂਪ ਰਸ ਗੰਧ ਈਗੋ ਦੇ ਹੀ ਸਰੂਪ ਨੇ ਸਾਰੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਈਰਖਾ ਵਖੀਲੀ ਨਿੰਦਿਆ ਚੁਗਲੀ ਤ੍ਰਿਸ਼ਨਾ ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ। ਇਹ ਨਹੀਂ ਠੱਗੀ ਜਗ ਠੱਗਿਆ, ਕਿਨੇ ਨਾ ਰੱਖੀ ਲੱਜ। ਗਿਣਦੇ ਚਲੇ ਜਾਓ, ਬੇਅੰਤ ਛੋਟੇ ਛੋਟੇ ਪੜਦੇ ਨੇ। ਸਾਰਿਆਂ ਨਾਲੋਂ ਵੱਡਾ ਗਿਆਨ ਦਾ ਪੜਦਾ ਪੈ ਗਿਆ, ਜਿਹਨੂੰ ਮਾਇਆ ਦਾ ਪੜਦਾ ਕਹਿੰਦੇ। ਕਹਿੰਦੇ ਉਹਨੇ ਕਰਿਆ ਕੀ ਅਸਰ? ਉਹ ਜਿਹੜੀ ਚੇਤਨ ਜੋਤ ਸਦਾ ਹੀ ਜਾਗਰਤ ਜੋਤ ਸੀ, ਉਹ ਸੌਂ ਗਈ ਤਿੰਨ ਗੁਣਾਂ 'ਚ ਰਲ ਕੇ, ਰਜੋ ਗੁਣ ਤਮੋ ਗੁਣ ਸਤੋ ਗੁਣ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਕਹਿੰਦੇ ਇੱਕ ਦੋ ਸੁੱਤੇ ਨੇ ਮਾਰੇ। ਕਹਿੰਦੇ ਇੱਕ ਦੋ ਦੀ ਗੱਲ ਕਰਦੇ ਹੋ, ਕਿੰਨੀ ਆਬਾਦੀ ਹੈ ਸੰਸਾਰ ਦੀ? ਹੁਣ ਤਾਂ 5 ਅਰਬ ਹੈ। ਕਹਿੰਦੇ ਸਾਰੇ ਹੀ ਸੁੱਤੇ ਪਏ ਨੇ, ਜੋਗੀ ਵੀ ਸੁੱਤੇ ਪਏ ਨੇ, ਕੀਰਤਨੀਏ ਵੀ ਸੁੱਤੇ ਪਏ ਨੇ, ਪ੍ਰਚਾਰਕ ਵੀ ਸੁੱਤੇ ਪਏ ਨੇ, ਦਾਨੀ ਵੀ ਸੁੱਤੇ ਪਏ ਨੇ, ਤੀਰਥ ਯਾਤਰਾ ਕਰਨ ਵਾਲੇ ਵੀ ਸੁੱਤੇ ਪਏ ਨੇ। ਬਾਕੀ ਸੰਸਾਰ ਦੀ ਤਾਂ ਗੱਲ ਛੱਡੋ, ਪਾਠ ਕਰਨ ਵਾਲੇ ਵੀ ਸੁੱਤੇ ਪਏ ਨੇ, ਸਭ ਸੁੱਤੇ ਪਏ। ਮਾਇਆ ਮੋਹ ਸਭੋ ਜਗ ਸੋਇਆ, ਸਾਰਾ ਹੀ ਸੰਸਾਰ ਸੌਂ ਗਿਆ। ਹੁਣ ਸੁੱਤੇ ਨੂੰ ਨਹੀਂ ਪਤਾ ਲੱਗਦਾ। ਕੋਈ ਬੰਦਾ ਸੌਂ ਜਾਵੇ, ਇੱਕ ਮਿਸਾਲ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਇੱਕ ਰਾਜਾ, ਜਿਸ ਦਾ ਨਾਮ ਰਾਜਾ ਜਨਕ ਸੀ, ਉਸਨੇ ਦਰਬਾਰ ਲਾਇਆ ਹੋਇਆ। ਗਰਮੀ ਦਾ ਮਹੀਨਾ ਹੈ, ਲੇਕਿਨ ਅੰਦਰ ਖਸਦੀਆਂ ਟੱਟੀਆਂ ਦੇ ਨਾਲ ਬਰਫ਼ ਵਰਗਾ ਅੰਦਰ ਬਣਾਇਆ ਹੋਇਆ ਠੰਡਾ। ਤਖਤ 'ਤੇ ਬੈਠਾ, ਦਰਬਾਰੀ ਸਾਰੇ ਅੱਗੇ ਬੈਠੇ ਨੇ, ਫੌਜੀ ਬੈਠੇ ਨੇ। ਇੱਕ ਪਾਸੇ ਫੌਜੀ ਜਰਨੈਲ ਵਗੈਰਾ, ਦੂਜੇ ਪਾਸੇ ਜਿਹੜੇ ਸਿਵਲੀਅਨ ਨੇ, ਪ੍ਰਾਈਮ ਮਿਨਿਸਟਰ ਵਗੈਰਾ, ਉਹਨਾਂ ਦੇ ਸਭ ਬੈਠੇ ਨੇ। ਤੀਸਰੇ ਪਾਸੇ ਪਬਲਿਕ ਬੈਠੀ ਹੈ, ਕੋਈ ਭਜਨ ਚੱਲ ਰਹੇ ਨੇ। ਲੇਕਿਨ ਰਾਜੇ ਨੂੰ ਥੋੜ੍ਹੀ ਜਿਹੀ ਊਂਘ ਆ ਗਈ। ਸਿੰਘਾਸਨ 'ਤੇ ਬੈਠਾ ਸੌਂ ਗਿਆ। ਨਰਪਤ ਏਕ ਸਿੰਘਾਸਨ ਸੋਏ। ਬੜਾ ਹੀ ਭਿਆਨਕ ਸੁਪਨਾ ਦੇਖਿਆ। ਕੀ ਦੇਖਦਾ ਹੈ ਕਿ ਜਿਹੜੇ ਉਹਦੇ ਵਜ਼ੀਰ ਅਮੀਰ ਨੇ, ਉਹ ਉਸ ਤੋਂ ਬਾਗੀ ਹੋ ਗਏ, ਆਕੀ ਹੋ ਗਏ, ਤੇ ਕਹਿਣ ਲੱਗੇ ਰਾਜਨ ਅਸੀਂ ਤੇਰੇ ਰਾਜ ਦੇ ਅੰਦਰ ਨਹੀਂ ਰਹਿਣਾ। ਇਹਨੇ ਉਹਨਾਂ ਨੂੰ ਤਾੜਨਾ ਕੀਤੀ। ਉਹਨਾਂ ਨੇ ਨਾਲ ਦੇ ਰਾਜੇ ਨੂੰ ਸੁਨੇਹਾ ਭੇਜ ਕੇ ਬੁਲਾ ਲਿਆ, ਤੇ ਉਹ ਰਾਜੇ ਦੀਆਂ ਫੌਜਾਂ ਨੇ ਆ ਕੇ ਇਸ ਨੂੰ ਫੜ ਲਿਆ। ਇਸ ਦੀਆਂ ਰਾਣੀਆਂ ਵੀ ਇਸ ਦੇ ਖਿਲਾਫ ਹੋ ਗਈਆਂ, ਵਜ਼ੀਰ ਅਮੀਰ ਸਾਰੇ ਖਿਲਾਫ ਹੋ ਗਏ। ਤੇ ਉਹ ਰਾਜੇ ਨੇ ਇਹਨੂੰ ਬੜਾ ਬੇਇੱਜ਼ਤ ਕੀਤਾ, ਵਸਤਰ ਲਾ ਲਏ, ਨਗਨ ਕਰ ਦਿੱਤਾ, ਹੁਕਮ ਕਰ ਦਿੱਤਾ ਕਿ ਇਸ ਨੂੰ ਕੋਈ ਪਾਣੀ ਨਾ ਦੇਵੇ, ਕੋਈ ਬੰਦਾ ਇਸ ਨੂੰ ਕੋਈ ਕੋਪਰੇਸ਼ਨ ਨਾ ਦੇਵੇ, ਤੇ ਜੇ ਕੋਈ ਦੇਗਾ ਤਾਂ ਉਸ ਨੂੰ ਸਖਤ ਸਜ਼ਾ ਮਿਲੇਗੀ। ਇਸੇ ਤਰ੍ਹਾਂ ਦੇ ਨਾਲ ਪੁਲਿਸ ਦੇ ਸਿਪਾਹੀ ਨਾਲ ਦੇ ਧੱਕੇ ਮਾਰਦੇ ਹੋਏ ਕੱਢ ਰਹੇ ਨੇ। ਰਾਣੀਆਂ ਵੀ ਇਸ ਨੂੰ ਫਿੱਟ ਲਾਹਨਤ ਪਾ ਰਹੀਆਂ ਕਿ ਤੇਰੇ ਵਰਗਾ ਨਿਕੰਮਾ ਰਾਜਾ, ਅਸੀਂ ਤੇਰੇ ਨਹੀਂ ਰਹਿਣੀਆਂ, ਅਸੀਂ ਨਵੇਂ ਰਾਜੇ ਦੇ ਰਹਿਣਾ। ਦਿਲ ਟੁੱਟ ਗਿਆ, ਬਹੁਤ ਉਦਾਸ ਹੋ ਗਏ। ਲੇਕਿਨ ਸੁਪਨਾ ਜਾਰੀ ਹੈ।
ਤੇ ਉਹਦੇ ਵਿੱਚ ਜਾਂਦੇ ਜਾਂਦੇ ਧੱਕੇ ਮਾਰਦੇ ਹੋਏ ਜਦੋਂ ਸ਼ਹਿਰ 'ਚ ਹੀ ਲੰਘ ਰਿਹਾ ਹੈ, ਪਿੰਡ ਦੇ ਜਿੰਨੇ ਸ਼ਹਿਰ ਦੇ ਬੰਦੇ ਸੀ ਸਭ ਫਟਕਾਰਾਂ ਪਾਉਂਦੇ ਨੇ ਤੇ ਬੱਚੇ ਪਿੱਛੇ ਹੋ ਗਏ। ਕੋਈ ਰੋੜਾ ਮਾਰਦਾ, ਕੋਈ ਇੱਟ ਮਾਰਦਾ, ਕੋਈ ਧੱਕਾ ਦਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਜ਼ਖਮ ਹੋ ਗਏ ਥਾਂ ਥਾਂ ਤੇ, ਭੂਤਾਂ ਵਰਗਾ ਸਰੀਰ ਹੋ ਗਿਆ, ਕੇਸ ਖਿਲਰ ਗਏ। ਲੇਕਿਨ ਰਾਜ ਨਹੀਂ ਛੱਡ ਸਕਿਆ। ਭੁੱਖ ਤਿਆਹ ਦਾ ਵਿਆਕੁਲ ਹੋਇਆ ਜੰਗਲ ਦੇ ਅੰਦਰ ਰਹਿ ਪਿਆ। ਭਿਆਨਕ ਜੰਗਲ ਹੈ, ਸ਼ੇਰ ਫਿਰਦੇ ਨੇ, ਸੱਪ ਫਿਰਦੇ ਨੇ। ਦਰਖਤ ਦੇ ਉੱਤੇ ਚੜ੍ਹ ਕੇ ਰਾਤ ਕੱਟੀ। ਦੂਸਰਾ ਦਿਨ ਹੋਇਆ, ਸੂਰਜ ਚੜ੍ਹਿਆ, ਸਿਪਾਹੀ ਫੇਰ ਆ ਗਏ। ਕਹਿੰਦੇ ਚੱਲ, ਧੱਕੇ ਦੇ ਕੇ ਫੇਰ ਕੱਢਤਾ। ਯਾਨੀ 2-3 ਦਿਨ ਦੇ ਵਿੱਚ ਇਸ ਨੂੰ ਬਹੁਤ ਬੇਪਤ ਕਰਕੇ ਰਾਜ ਤੋਂ ਬਾਹਰ ਕੱਢਤਾ। ਤੇ ਅੱਗੇ ਇੱਕ ਬੇਰੀ ਦਾ ਮੁੱਢ ਆ ਗਿਆ, ਉਸ 'ਤੇ ਬੈਠ ਗਿਆ। ਉਸ ਵੇਲੇ ਰੋ ਰਿਹਾ ਬਹੁਤ। ਕੋਈ ਪ੍ਰੇਮੀ ਦੂਸਰੇ ਰਾਜ ਦਾ ਆਇਆ, ਕਹਿਣ ਲੱਗਿਆ, ਪ੍ਰੇਮੀਆ ਤੂੰ ਇੰਨਾ ਕਿਉਂ ਰੋਣਾ, ਕੀ ਸ਼ਕਲ ਬਣਾਈ ਹੈ ਤੈਂ? ਕਹਿਣ ਲੱਗਿਆ, ਮੈਂ ਰਾਜਾ ਤੇ ਮੇਰੇ ਤੋਂ ਰਾਜ ਖੋਹ ਲਿਆ, ਮੈਨੂੰ ਬੇਪਤ ਕਰਕੇ ਕੱਢਤਾ, ਮੈਂ ਭੁੱਖਾ ਤੇ ਆਇਆ। ਕਹਿਣ ਲੱਗੇ, ਉਹ ਸਾਹਮਣੇ ਖੇਤਰ ਲੰਗਰ ਚੱਲਦਾ ਹੈ ਤੇ ਉੱਥੇ ਚਲੇ ਜਾ। ਲੰਗਰ ਵਿੱਚ ਚਲਿਆ ਗਿਆ ਤੇ ਉੱਥੇ ਜਾ ਕੇ ਲਾਈਨ 'ਚ ਖੜਾ ਹੋ ਗਿਆ। ਜਦ ਇਹਦੀ ਵਾਰੀ ਆਈ, ਉਹ ਕਹਿਣ ਲੱਗੇ, ਦੇਖ ਖਿਚੜੀ ਗਰਮ ਹੈ, ਕਾਹਦੇ ਤੇ ਹੱਥਾਂ 'ਤੇ ਪਵਾਏਗਾ, ਜਾ ਬਰਤਨ ਲੈ ਕੇ ਆ। ਕੋਈ ਲਾਈਨ 'ਚੋਂ ਨਿਕਲ ਗਿਆ, ਬਰਤਨ ਪੈਸਾ ਕੋਈ ਹੈ ਨਹੀਂ। ਉਸ ਵੇਲੇ ਮੰਗਦਾ ਫਿਰਦਾ, 19 ਕੌਡੀਆਂ ਇਸ ਨੂੰ ਮਿਲੀਆਂ ਤੇ ਉਹਦਾ ਇੱਕ ਕਸੋਰਾ ਲੈ ਕੇ ਜਦ ਆਇਆ, ਉਸ ਵੇਲੇ ਨੂੰ ਖਾਣਾ ਮੁੱਕ ਗਿਆ ਤੇ ਇਹਨੂੰ ਬਹੁਤ ਬੇਨਤੀ ਕਰਨ ਤੇ ਖੁਰਚ ਕੇ ਦੇਤਾ ਜਲਿਆ ਹੋਇਆ। ਕਹਿੰਦੇ ਜਾ ਉੱਥੋਂ ਘਿਓ ਲੈ ਲੈ। ਘਿਓ ਲੈਣ ਲੱਗਿਆ ਤਾਂ ਘਿਓ ਡੁੱਲ ਗਿਆ। ਉਹਨਾਂ ਨੇ ਦੂਜਾ ਚਮਚਾ ਪਾਇਆ, ਤਾੜਨਾ ਕੀਤੀ ਕਿ ਉਹ ਖਬਰਦਾਰ, ਉਹ ਉੱਥੇ ਚਲੇ ਜਾ, ਦੂਰ ਕੱਢਤਾ। ਜਦ ਮੂੰਹ 'ਚ ਪਾਉਣ ਲੱਗਿਆ, ਉਸ ਵੇਲੇ 2 ਸਾਹ ਭਿੜਦੇ ਨੇ, ਉਹਨਾਂ ਦੀ ਫੇਟ 'ਚ ਆ ਗਿਆ ਤੇ ਜਾਗ ਆ ਗਈ। ਇਹ ਇੱਕ ਸੁਪਨਾ। ਕਿੰਨੀ ਕੁ ਦੇਰ ਲੱਗੀ? ਸੁਪਨੇ ਦੀ ਸਪੀਡ ਬੇਅੰਤ ਤੇਜ਼ ਹੁੰਦੀ। ਮਨੋਵਿਗਿਆਨੀ ਇਹ ਕਹਿੰਦੇ ਨੇ ਕਿ 12 ਸੈਕਿੰਡ ਦਾ ਜਿਹੜਾ ਸੁਪਨਾ ਆਉਂਦਾ ਬਹੁਤ ਲੰਮਾ ਹੁੰਦਾ। 1 ਮਿੰਟ ਸੁਪਨਾ ਮਸਾਂ ਹੀ ਆਉਂਦਾ, ਲੇਕਿਨ ਉਹ ਇੰਨਾ ਗਹਿਰਾ ਚਲਾ ਜਾਂਦਾ ਕਿ ਜੇ ਅੱਖ ਖੋਲ੍ਹੋ ਫੇਰ ਸੌਂ ਜਾਓ, ਫੇਰ ਉਹੀ ਸੁਪਨਾ, ਫੇਰ ਸੌਂ ਜਾਓ, ਫੇਰ ਉਹੀ ਸੁਪਨਾ, ਕਿਉਂਕਿ ਗਹਿਰਾ ਚਲਾ ਗਿਆ। ਸੋ ਇਹਨੂੰ ਜਦ ਜਾਗ ਆਈ, ਇਹ ਦੇਖਦਾ ਮੈਂ ਤਖਤ 'ਤੇ ਬੈਠਾ। ਜਦ ਸੁਪਨੇ ਦੀ ਗਹਿਰਾਈ ਦੇਖਦਾ, ਉਸ ਵੇਲੇ ਖਿਆਲ ਆਉਂਦਾ ਕਿ ਮੈਂ ਤਾਂ ਕੱਢ ਦਿੱਤਾ। ਰਿਟਾਇਰਿੰਗ ਰੂਮ 'ਚ ਲੈ ਗਿਆ, ਦਰਬਾਰ ਬਰਖਾਸਤ ਕਰਤਾ, ਕਿਸੇ ਨਾਲ ਨਹੀਂ ਬੋਲਦਾ। ਉਸ ਵੇਲੇ ਬਹੁਤ ਉਦਾਸ ਹੋ ਗਿਆ। ਹੌਲੀ ਹੌਲੀ ਸਾਧੂ ਮਹਾਂਪੁਰਸ਼ਾਂ ਨੂੰ ਬੁਲਾਉਣਾ ਸ਼ੁਰੂ ਕਰਤਾ। ਸਾਰੇ ਭਾਰਤ ਵਰਸ਼ ਦੇ ਮਹਾਂਪੁਰਸ਼ ਬੁਲਾਏ। 8 ਸਾਲ ਲੰਘ ਗਏ। ਇੱਕ ਸਵਾਲ ਕਰਦਾ ਕਿ ਇਹ ਸੱਚਾ ਕਿ ਉਹ ਸੱਚਾ? ਕੋਈ ਜਵਾਬ ਨਹੀਂ ਦਿੰਦਾ, ਕਿਉਂਕਿ ਗੱਲ ਖੋਲ੍ਹ ਕੇ ਨਹੀਂ ਦੱਸਦਾ। ਅਖੀਰ ਇੱਕ ਬੱਚਾ ਆਇਆ 8 ਸਾਲ ਦਾ। ਉਹਦੇ ਸਰੀਰ 'ਚ 8 ਬਲ ਪੈਂਦੇ ਨੇ ਤੇ 9 ਉਹਦਾ ਅਸ਼ਟਾਵਕਰ ਹੈ। ਉਹ ਬੱਚਾ ਜਦ ਆਇਆ ਤਾਂ ਉਸਨੇ ਕਈ ਐਸੇ ਅਜੀਬ ਕੌਤਕ ਦਿਖਾਲੇ ਜਿੱਥੋਂ ਇਹ ਨੇਚਾ ਹੋ ਗਿਆ ਕਿ ਇਹ ਬੱਚਾ ਤਾਂ ਕੋਈ ਚਮਤਕਾਰੀ ਹੈ, ਹਰ ਗੱਲ ਦਾ ਜਵਾਬ ਦਿੰਦਾ। ਕਹਿਣ ਲੱਗੇ, ਤੂੰ ਕਿਵੇਂ ਆਇਆ? ਕਹਿੰਦੇ, ਮੈਂ ਤੇਰੇ ਸਵਾਲ ਦਾ ਜਵਾਬ ਦੇਣ ਆਇਆ। 8 ਸਾਲ ਤੋਂ ਤਾਂ ਸਾਰੇ ਸਾਧੂ ਮਹਾਂਪੁਰਸ਼, ਵਿਦਵਾਨ, ਪੰਡਤ ਸਾਰੇ ਭਾਰਤ ਵਰਸ਼ ਦੇ ਕੈਦ ਕਰੇ ਹੋਏ ਨੇ। ਭਾਵੇਂ ਉਹ ਕੈਦ ਵਰਗੀ ਨਹੀਂ, ਪਰ ਤੂੰ ਜਾਣ ਨਹੀਂ ਦਿੰਦਾ। ਸਭਾ ਲਾਈ ਤੇ ਦੂਸਰੇ ਦਿਨ ਜਦੋਂ ਉਹ ਸਭਾ 'ਚ ਆਇਆ, ਉਸ ਵੇਲੇ ਨੂੰ ਪੂਰੀ ਸਭਾ ਬੈਠੀ ਹੈ, ਵਿਦਵਾਨ ਵੀ ਬੈਠੇ ਨੇ। ਇਹ ਜਦ ਪੌੜੀਆਂ ਚੜ੍ਹਦਾ ਹੈ, ਰਾਜ ਸਿੰਘ ਪੌੜ, ਉਸ ਵੇਲੇ ਇਹਦਾ ਸਰੀਰ ਬਲ ਖਾਂਦਾ, ਕਿਉਂਕਿ 8 ਬਲ ਸੀ। ਝਾਕਦਾ ਕਿਧਰੇ ਨੂੰ ਹੈ, ਗਰਦਨ ਕਿਧਰੇ ਨੂੰ, ਛਾਤੀ ਕਿਧਰੇ ਨੂੰ, ਪੈਰ ਕਿਧਰੇ ਨੂੰ ਰੱਖਦਾ, ਰੱਖ ਕਿਤੇ ਹੁੰਦਾ। ਸਾਰੇ ਹੀ ਹੱਸ ਪਏ, ਤਾੜੀ ਮਾਰੇ। ਇਹ ਵੀ ਹੱਸ ਪਿਆ। ਕਹਿਣ ਲੱਗਿਆ, ਰਾਜਨ, ਇਹ ਚਮਾਰਾਂ ਦੀ ਸਭਾ ਤੋਂ ਤੂੰ ਆਸ ਰੱਖਦਾ ਵੀ ਤੇਰਾ ਸਵਾਲ ਦਾ ਜਵਾਬ ਦੇਵੇ? ਸਾਰਿਆਂ ਨੇ ਸੁਣ ਕੇ ਬੜੀ ਅਚਰਜਤਾ ਪ੍ਰਗਟ ਕੀਤੀ। ਕਹਿਣ ਲੱਗੇ, ਰਾਜਨ, ਬੱਚਾ ਗੁਸਤਾਖ ਹੈ, ਇਸ ਨੂੰ ਸਮਝਾ ਬੰਦ ਕਰੋ। ਐਡੇ ਐਡੇ ਰਿਸ਼ੀਆਂ ਮੁਨੀਆਂ ਮਹਾਤਮਾ ਦੀ ਇਸ ਨੇ ਇਨਸਲਟ ਕਰ ਦਿੱਤੀ, ਨਰਾਦਰ ਕਰ ਦਿੱਤਾ। ਕਹਿਣ ਲੱਗੇ, ਬ੍ਰਹਮਚਾਰੀ, ਇਸ ਤਰ੍ਹਾਂ ਨਾ ਬੋਲ ਤੂੰ। ਕਹਿਣ ਲੱਗਿਆ, ਮੈਂ ਸੱਤ ਬੋਲਿਆ। ਮੈਂ ਸੱਤ ਐਂ ਬੋਲਿਆ ਕਿ ਕਿਉਂ ਹੱਸੇ? ਮੇਰੇ ਸਰੀਰ ਨੂੰ ਦੇਖ ਕੇ ਹੱਸੇ, ਮੇਰੀ ਆਤਮਾ 'ਚ ਤਾਂ ਕੋਈ ਬਲ ਨਹੀਂ। ਤੇ ਜੇ ਗੰਨਾ ਬਿੰਗਾ ਤਲਿੰਗਾ ਹੋਵੇ ਤਾਂ ਉਹਦੇ ਰਸ ਵਿੱਚ ਤਾਂ ਕੋਈ ਬਲ ਨਹੀਂ ਹੋਇਆ ਕਰਦਾ। ਸੋ ਇਹ ਚਰਮ ਦ੍ਰਿਸ਼ਟੀ ਨੇ, ਮੇਰੇ ਚਮ ਨੂੰ ਦੇਖ ਕੇ ਹੱਸੇ, ਇਸ ਕਰਕੇ ਚਰਮ ਨੂੰ ਦੇਖਦਾ ਹੁੰਦਾ ਚਮਾਰ, ਇਸ ਕਰਕੇ ਮੈਂ ਚਮਾਰਾਂ ਦੀ ਸਭਾ ਕਹਿਤਾ। ਜੇ ਆਤਮਦਰਸ਼ੀ ਹੁੰਦੇ ਫਿਰ ਮੈਂ ਇਹਨਾਂ ਨੂੰ ਆਤਮਦਰਸ਼ੀ ਕਹਿੰਦਾ। ਨੀਵੀਂ ਪਾ ਲਈ ਸਾਰਿਆਂ। ਕਹਿੰਦੇ, ਹੁਣ ਗੱਲ ਕਰ। ਬੈਠ ਗਿਆ। ਕਹਿੰਦਾ, ਰਾਜਨ, ਸਵਾਲ ਕਰ।
ਉਹੀ ਸਵਾਲ ਕਹਿੰਦਾ ਇਹ ਸੱਚਾ ਕੋ ਸੱਚਾ। ਕਹਿਣ ਲੱਗਿਆ ਤੇਰੇ ਮੰਗਣੇ ਜਵਾਬ ਦੇਵਾਂ, ਨਾ ਇਹ ਸੱਚਾ ਨਾ ਉਹ ਸੱਚਾ। ਚੁੱਪ ਕਰ ਗਿਆ ਰਾਜਾ। ਸਾਰੇ ਹੈਰਾਨ ਹੋ ਗਏ ਵੀ ਇਹ ਕੀ ਜਵਾਬ ਹੋਇਆ। ਕਹਿਣ ਲੱਗਿਆ ਰਾਜਨ ਖੋਲ ਕੇ ਗੱਲ ਕਰ। ਨਹੀਂ ਮੈਂ ਦੱਸਦਾ, ਤੈਨੂੰ ਕੋਈ ਭਿਆਨਕ ਸੁਪਨਾ ਆਇਆ ਤੇ ਤੂੰ ਜਗ ਸੁਪਨੇ ਤੋਂ ਬਾਅਦ ਜਦ ਗਿਆ ਤਾਂ ਤੈਨੂੰ ਸਾਰੀਆਂ ਚੀਜ਼ਾਂ ਉਵੇਂ ਜਿਵੇਂ ਨਜ਼ਰ ਆਈਆਂ ਨੇ ਜੋ ਸੁਪਨੇ 'ਚ ਦੇਖੀਆਂ ਸੀ। ਤੈਨੂੰ ਇਤਿਹਾਸ ਪੱਕ ਗਿਆ। ਤੈਨੂੰ ਹੁਣ ਨੇਚਾ ਨਹੀਂ ਆਉਂਦਾ ਵੀ ਉਹ ਸੁਪਨਾ ਸੀ ਕਿ ਜਿਹੜਾ ਕੁਝ ਹੁਣ ਮੈਂ ਦੇਖਦਾ ਇਹ ਸੁਪਨਾ। ਤੇ ਅਸੀਂ ਇਹ ਕਹਿੰਦੇ ਹਾਂ ਇਹ ਦੋਏ ਸੁਪਨੇ ਨੇ। ਇੱਕ ਸੁਪਨਾ ਉਹ ਹੈ ਜਿਹਦਾ ਸੁਪਨਾ ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਇੱਕ ਸੁਪਨਾ ਉਹ ਹੈ ਜਿਹੜਾ ਰਾਤ ਨੂੰ ਆਉਂਦਾ ਹੈ। ਉਸ ਵੇਲੇ ਰਾਜਾ ਵੀ ਭੁੱਲ ਜਾਂਦਾ ਕਿ ਮੈਂ ਕੌਣ ਹਾਂ। ਗਰੀਬ ਵੀ ਭੁੱਲ ਜਾਂਦਾ। ਗਰੀਬ ਤਖਤ 'ਤੇ ਬੈਠ ਕੇ ਬਾਦਸ਼ਾਹ ਬਣ ਜਾਂਦਾ ਅਤੇ ਬਾਦਸ਼ਾਹ ਜਿਹੜਾ ਤੇਰੇ ਵਰਗਾ ਉਹ ਗਰੀਬ ਬਣ ਜਾਂਦਾ। ਸੋ ਸੁਪਨੇ 'ਚ ਵੀ ਕੋਈ ਪਤਾ ਨਹੀਂ ਹੁੰਦਾ। ਅਤੇ ਇਸੇ ਤਰ੍ਹਾਂ ਦੇ ਨਾਲ ਜਿਵੇਂ ਰਾਤ ਦੇ ਸੁਪਨੇ 'ਚ ਭੁੱਲੀਦਾ ਹੈ ਅਤੇ ਐਵੇਂ ਜਿਵੇਂ ਤੂੰ ਹੁਣ ਜਿਹਨੂੰ ਜਾਗ ਕਹਿੰਦਾ ਇਹ ਵੀ ਸੁਪਨਾ। ਇਹ ਤਿੰਨ ਗੁਣਾਂ 'ਚ ਸਾਰਾ ਹੀ ਸੰਸਾਰ ਸੁੱਤਾ ਪਿਆ, ਸੁਪਨੇ ਖੇਡ ਰਿਹਾ, ਸੁਪਨੇ ਦੇ ਰਿਲੇਸ਼ਨ ਬਣਾ ਰਿਹਾ। ਹੈ ਕੁਛ ਨਹੀਂ ਇੱਥੇ ਸੰਸਾਰ ਦੇ ਅੰਦਰ, ਸੱਤ ਤਾਂ ਨਹੀਂ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਆ। ਸੋ ਮਹਾਰਾਜ ਫਰਮਾਨ ਕਰਦੇ ਆ, ਕਹਿੰਦੇ ਪ੍ਰੇਮੀਆਂ ਤੂੰ ਰੱਬ ਦੀ ਬਾਤ ਕਰਦਾ, ਰੱਬ ਦਾ ਰਸਤਾ ਪੁੱਛਦਾ। ਰੱਬ ਦਾ ਰਸਤਾ ਜਾਗ ਪਵੇਂ ਤਾਂ ਰੱਬ ਦਾ ਤੈਨੂੰ ਪਤਾ ਲੱਗ ਜਾਵੇ, ਤੇਰੇ ਨਾਲ ਹੀ ਰਹਿੰਦਾ ਹੈ। ਲੇਕਿਨ ਪੜਦਾ ਪੈ ਗਿਆ ਹਉਮੈ ਦਾ। ਤਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਗੁਰ ਪੂਰੇ ਹਉਮੈ ਭੀਤ ਤੋਰੀ, ਜੇ ਗੁਰੂ ਮਿਲ ਜਾਵੇ ਪੂਰਾ ਨਾਲ ਅੱਖਰ ਲਾਇਆ ਮਹਾਰਾਜ ਨੇ। ਗੁਰੂ ਤਾਂ ਅਨੇਕਾਂ ਕਿਸਮਾਂ ਦੇ ਹੁੰਦੇ ਨੇ, ਪਰ ਜੇ ਪੂਰਾ ਗੁਰੂ ਮਿਲ ਜਾਵੇ। ਅਨੇਕਾਂ ਕਿਸਮਾਂ ਦੇ ਕਿਵੇਂ ਹੁੰਦੇ ਨੇ? ਕਹਿੰਦੇ ਗੁਰੂ ਜਿਹੜਾ ਹੈ, ਇੱਕ ਤਾਂ ਗੁਰੂ ਉਹ ਹੋਇਆ ਕਰਦਾ ਹੈ ਜਿਹੜਾ ਆਪ ਵੀ ਅੰਨਾ ਅਤੇ ਪਿੱਛੇ ਲੱਗਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਅੰਨਾ ਹੀ ਦੱਸੂ। ਅੰਨੇ ਦੇ ਪਿੱਛੇ ਲੱਗ ਕੇ ਕਦੇ ਰਾਹ ਨਹੀਂ ਮਿਲਿਆ ਕਰਦਾ। ਅੰਧਾ ਆਗੂ ਜੇ ਥੀਏ ਸਭ ਸਾਥ ਮੁਹਾਵੇ, ਸਾਰਾ ਸਾਥ ਡੁੱਬ ਜਾਂਦਾ ਦਰਿਆ 'ਚ, ਕਿਉਂਕਿ ਅੰਨੇ ਨੂੰ ਕੀ ਪਤਾ ਵੀ ਕਿੱਥੋਂ ਦੀ ਲੰਘਣਾ ਅਸੀਂ, ਉਹਦੇ ਮਗਰ ਤੁਰੇ ਜਾਂਦੇ। ਦੂਸਰਾ ਹੋਇਆ ਕਰਦਾ ਪਖੰਡੀ, ਪਖੰਡ ਕਰਦਾ, ਲੋਕਾਂ ਨੂੰ ਡਰਾਉਂਦਾ ਹੈ ਆਪਣੀਆਂ ਸ਼ਕਤੀਆਂ ਦੱਸ ਕੇ, ਲੇਕਿਨ ਉਹਦੇ ਵਿੱਚ ਆਤਮ ਗਿਆਨ ਨਹੀਂ ਹੋਇਆ ਕਰਦਾ, ਆਤਮ ਅਨੁਭਵ ਨਹੀਂ ਹੋਇਆ ਕਰਦਾ। ਅਤੇ ਉਹਨਾਂ ਦੇ ਪੈਸੇ ਖਾਣ ਵਾਸਤੇ, ਪੈਸੇ ਬਟੋਰਨ ਵਾਸਤੇ ਮਨ ਘੜਤ ਗੱਲਾਂ ਕਰੀ ਜਾਂਦੇ ਅਤੇ ਉਹਨਾਂ ਨੂੰ ਡਰਾਈ ਜਾਂਦਾ ਹੈ ਅਤੇ ਪੈਸੇ ਖਾਂਦਾ। ਨਤੀਜਾ ਕੀ ਹੁੰਦਾ ਹੈ? ਸਖਤ ਸਜ਼ਾ ਮਿਲਦੀ ਹੈ। ਗੁਰੂ ਛੇਵੇਂ ਪਾਤਸ਼ਾਹ ਇੱਕ ਵਾਰੀ ਫਿਰੋਜ਼ਪੁਰ ਜ਼ਿਲ੍ਹੇ 'ਚ ਲਦਾਈ ਕੇ ਪਿੰਡ ਗਏ ਹੋਏ, ਉੱਥੇ ਬਾਹਰ ਖੜ੍ਹੇ ਨੇ, ਘੋੜਿਆਂ ਤੋਂ ਉਤਰੇ ਹੋਏ ਨੇ, ਰੈਸਟ ਕਰ ਰਹੇ ਨੇ। ਤਾਂ ਕੋਲ ਇੱਕ ਸਰਕੜੇ ਦਾ ਜੰਗਲ ਹੈ ਬੜਾ, ਉਹਦੇ 'ਚ ਆਵਾਜ਼ ਆ ਰਹੀ ਹੈ ਜਿਵੇਂ ਦੋ ਸਾਹਨ ਭਿੜਦੇ ਹੋ, ਸਰਕੜਾ ਟੁੱਟ ਰਿਹਾ। ਕਹਿੰਦੇ ਸੱਚੇ ਪਾਤਸ਼ਾਹ ਕੀ ਹੈ? ਕਹਿੰਦੇ ਭਾਈ ਇੱਕ ਸੱਪ ਆ ਰਿਹਾ ਆਪਣੇ ਵੱਲ ਨੂੰ। ਕਹਿੰਦੇ ਮਹਾਰਾਜ ਮਾਰੀਏ? ਕਹਿੰਦੇ ਨਾ, ਆ ਜਾਣ ਦਿਓ। ਹੌਲੀ ਹੌਲੀ ਉਹ ਸਰਾਲ, ਵੱਡੀ ਭਾਰੀ ਸਰਾਲ ਬਾਹਰ ਨਿਕਲ ਆਈ, ਗੁਰੂ ਮਹਾਰਾਜ ਵੱਲ ਨੂੰ ਆਈ। ਮਹਾਰਾਜ ਕਹਿੰਦੇ ਆਉਣ ਦਿਓ, ਦੁਖੀ ਹੈ। ਉਸ ਵੇਲੇ ਆਪ ਨੇ ਜਦ ਨੇੜੇ ਆਈ ਤਾਂ ਆਪਣਾ ਚਰਨ ਛੁਆਤਾ। ਗੁਰੂ ਦੀ ਦ੍ਰਿਸ਼ਟੀ ਹੋ ਗਈ ਅਤੇ ਪਾਪ ਸਾਰੇ ਕੱਟੇ ਗਏ। ਉਹਦੇ ਵਿੱਚੋਂ ਇੱਕ ਦੇਵ ਦੇ ਪ੍ਰਕਾਸ਼ ਵਾਲੀ ਨਿਕਲ ਕੇ ਮਹਾਰਾਜ ਦੀ ਉਸਤਤ ਕਰਨ ਲੱਗ ਗਈ ਕਿ ਮਹਾਰਾਜ ਮੇਰੇ ਵਰਗਾ ਪਾਪੀ ਹੋਵੇ ਅਤੇ ਤੁਹਾਡੇ ਵਰਗਾ ਦਿਆਲੂ। ਬੜੀ ਦੇਰ ਦਾ ਮੈਂ ਤਪਦਾ, ਬੜੀ ਦੇਰ ਦਾ ਮੈਂ ਦੁਖੀ ਹਾਂ। ਕਹਿੰਦੇ ਵਿਥਿਆ ਦੱਸ? ਕਹਿੰਦਾ ਵਿਥਿਆ ਮਹਾਰਾਜ ਮੈਂ ਪਖੰਡੀ ਗੁਰੂ ਸੀ, ਆਪਣੇ ਚੇਲੇ ਪੈਸੇ ਦੇ ਕੇ ਰੱਖੇ ਹੋਏ ਸੀ, ਪਖੰਡੀ ਬੰਦੇ ਮੌਜਾਂ ਉਡਾਉਂਦੇ ਸੀ, ਕੋਈ ਤਾਂ ਕਰਮ ਧਰਮ ਨਹੀਂ ਸੀ ਰਹਿਣ ਦਿੰਦੇ, ਪੈਸਾ ਖਿੱਚਦੇ ਸੀ, ਦਸਵੰਧ ਲੈਂਦੇ ਸੀ। ਮਹਾਰਾਜ ਸੁਰਤੀ ਮੇਰੀ ਪੈਸੇ 'ਚ ਰਹਿ ਗਈ ਅਤੇ ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ। ਜਿਹਦੀ ਸੁਰਤੀ ਪੈਸਾ 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 ਕਰਦੇ ਦੀ ਜ਼ਿੰਦਗੀ ਦਾ ਅੰਤ ਆ ਜਾਵੇ, ਪੈਸਾ ਹੀ ਉਹਦੀ ਸੁਰਤੀ 'ਚ ਰਹਿ ਜਾਂਦਾ ਹੈ ਅਤੇ ਬਣਦਾ ਕੀ ਹੈ? ਸਰਪ ਜੌਨ ਬਲ ਬਲ ਹੋਏ, ਉਹ ਸੱਪ ਬਣ ਜਾਇਆ ਕਰਦਾ। ਸੋ ਮਹਾਰਾਜ ਮੇਰੇ ਇਸ ਤਰ੍ਹਾਂ ਦੇ ਖਿਆਲ ਹੋਣ ਕਰਕੇ ਮੈਨੂੰ ਸੱਪ ਦੀ ਜੂਨੀ ਮਿਲ ਗਈ ਅਤੇ ਮੈਂ ਬਹੁਤ ਦੁਖੀ ਹਾਂ। ਕਹਿੰਦੇ ਤੇਰੇ ਚੇਲੇ? ਮਹਾਰਾਜ ਕਹਿਣ ਲੱਗਿਆ ਮਹਾਰਾਜ ਉਹਨਾਂ 'ਤੇ ਵੀ ਕਿਰਪਾ ਕਰੋ, ਉਹ ਮੇਰਾ ਧਿਆਨ ਧਰਦੇ ਸੀ ਅਤੇ ਮੈਂ ਇਹਨਾਂ ਦੀ ਕਮਾਈ ਖਾਧੀ ਹੈ। ਉਹ ਮੇਰੇ ਵਿੱਚ ਕੀੜੇ ਬਣ ਕੇ ਪਏ ਹੋਏ ਨੇ, ਸੁੰਡ ਬਣੇ ਹੋਏ ਨੇ, ਮੈਨੂੰ ਤੋੜ ਖਾ ਲਿਆ ਉਹਨਾਂ ਨੇ। ਮੈਂ ਇਹਨਾਂ ਦਾ ਧਨ ਖਾਧਾ ਅਤੇ ਇਹਨਾਂ ਨੇ ਮੇਰਾ ਮਾਸ ਖਾਧਾ। ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਦੇਖਿਆ ਪਖੰਡੀ ਗੁਰੂ, ਕੱਚੇ ਗੁਰੂ ਦਾ ਕੀ ਹੋਇਆ? ਕੱਚੇ ਗੁਰੂ ਤੇ ਮੁਕਤ ਨਾ ਹੁਆ, ਕੱਚੇ ਗੁਰੂ ਤੋਂ ਮੁਕਤੀ ਨਹੀਂ ਹੋਇਆ ਕਰਦੀ। ਸੋ ਇਸ ਕਰਕੇ
ਕਹਿੰਦੇ ਚਲੋ ਵਾਹਿਗੁਰੂ ਕਹਿ ਕੇ ਛਿੱਟਾ ਮਾਰੋ। ਛਿੱਟਾ ਮਾਰਿਆ ਤਾਂ ਫਟ ਗਿਆ ਸਰੀਰ। ਕੀ ਦੇਖਦੇ ਨੇ, ਜਿਵੇਂ ਕਕੜੀ 'ਚ ਬੀ ਹੁੰਦੇ ਨੇ, ਐ ਕੁਰਬੁਲ ਕੁਰਬੁਲ ਕਰਦੇ ਫਿਰਦੇ ਨੇ ਕੀੜੇ। ਸੋ ਇਹ ਕੱਚਾ ਗੁਰੂ ਵੀ ਮੁਕਤੀ ਨਹੀਂ ਕਰ ਸਕਦਾ, ਪਖੰਡੀ ਗੁਰੂ ਨਹੀਂ ਕਰ ਸਕਦਾ, ਅੰਨਾ ਗੁਰੂ ਨਹੀਂ ਕਰ ਸਕਦਾ। ਤੀਸਰਾ ਹੁੰਦਾ ਵਿਦਵਾਨ ਗੁਰੂ। ਚੌਥਾ, ਉਹ ਜਾਣਦਾ ਸਭ ਕੁਝ ਹੁੰਦਾ, ਲੇਕਿਨ ਅਥਾਰਟੀ ਨਹੀਂ ਉਹਦੀ ਹੁੰਦੀ। ਜਿਸ ਤਰ੍ਹਾਂ ਡਰਾਮੇ ਦੇ ਅੰਦਰ ਐਕਟਰ ਰਾਜਾ ਬਣ ਜਾਵੇ, ਰਾਜਾ ਬਣ ਕੇ ਜਾਂ ਜੱਜ ਬਣ ਗਏ ਜੇ, ਉਹਦੇ ਕੋਲ ਅਧਿਕਾਰ ਤਾਂ ਹੈ ਨਹੀਂ, ਕੇਵਲ ਨਾਟਕ ਕਰਨ ਜੋਗੇ ਅਧਿਕਾਰ ਨੇ, ਤੇ ਉਹਦੇ 'ਚ ਫਾਂਸੀ ਵੀ ਦੇ ਦੇਗਾ, ਅਸਲ 'ਚ ਫਾਂਸੀ ਨਹੀਂ ਹੁੰਦੀ। ਇਵੇਂ ਜਿਹੜਾ ਰਾਜੇ ਦਾ ਨਾਟਕ ਕਰ ਰਿਹਾ, ਹੁਕਮ ਦੇ ਦੇਗਾ, ਕਿਸੇ ਨੂੰ ਉਜਾੜ ਦੇਗਾ, ਕਿਸੇ ਨੂੰ ਵਸਾ ਦੇਗਾ, ਲੇਕਿਨ ਅਖਤਿਆਰ ਕੋਈ ਨਹੀਂ ਹੈ ਉਹਦੇ ਕੋਲ। ਐਸੇ ਤਰ੍ਹਾਂ ਜਿਹੜਾ ਵਿਦਵਾਨ ਗੁਰੂ ਹੁੰਦਾ ਹੈ, ਉਹਦੇ ਕੋਲ ਅਖਤਿਆਰ ਨਹੀਂ ਹੋਇਆ ਕਰਦਾ, ਕਿਉਂਕਿ ਅਖਤਿਆਰ ਜਿਹੜਾ ਹੁੰਦਾ ਹੈ ਉਹ ਜੀ ਦਾਨ ਦਾ ਹੁੰਦਾ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲਾਇਨ ਮਿਲਾਏ। ਉਹਨਾਂ ਨੂੰ ਪਰਮੇਸ਼ਰ ਵੱਲੋਂ ਹੁਕਮ ਹੋਇਆ ਕਰਦਾ ਹੈ, ਅਤੇ ਉਹ ਉਹਨਾਂ ਨੂੰ ਗੁਰੂ, ਪੂਰਾ ਗੁਰੂ ਆਖਿਆ ਜਾਂਦਾ ਹੈ। ਸੋ ਪੂਰਾ ਗੁਰੂ ਜਿਹੜਾ ਹੈ, ਵਿਦਵਾਨ ਗੁਰੂ ਦੇ ਅਖਤਿਆਰ ਨਹੀਂ ਹੁੰਦਾ। ਪੂਰੇ ਗੁਰੂ ਦੀ ਨਿਸ਼ਾਨੀ ਹੁੰਦੀ ਹੈ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਉਹਦੀ ਕਿਰਿਆ ਗਮਤਾ 'ਚ ਨਹੀਂ ਆਉਂਦੀ, ਉਹ ਨਿਰਵੈਰ ਹੁੰਦਾ ਅਤੇ ਨਿਰਾਲਾ ਹੁੰਦਾ। ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ। ਨਿਰਾਲਾ ਕਿਹਾ ਜਾ ਹੁੰਦਾ, ਉਹਦੀ ਕਿਰਿਆ ਨੂੰ ਕੋਈ ਸਮਝ ਨਹੀਂ ਸਕਿਆ ਕਰਦਾ। ਗੁਰੂ ਦਸਵੇਂ ਪਾਤਸ਼ਾਹ ਬਾਰੇ ਬੜਾ ਹੀ ਜ਼ਬਰਦਸਤ ਭੁਲੇਖਾ ਇਤਿਹਾਸ ਨੇ ਪਾ ਦਿੱਤਾ। ਕੋਈ ਤਾਂ ਕਹਿੰਦਾ ਉਹ ਮੁਸਲਮਾਨ ਦੇ, ਇਸਲਾਮ ਦੇ ਵੈਰੀ ਸੀ। ਕੋਈ ਕਹਿੰਦਾ ਉਹ ਤਲਵਾਰ ਇਹ ਚਲਾਉਂਦੇ ਰਹੇ ਸਾਰੀ ਜ਼ਿੰਦਗੀ। ਜੇ ਵਿਚਾਰ ਦੇਖੀਏ ਤਾਂ ਗੁਰੂ ਮਹਾਰਾਜ ਇਸ ਤਰ੍ਹਾਂ ਨਹੀਂ ਸੀਗੇ ਜਿਹੇ ਜਿਹੇ ਇਤਿਹਾਸ ਨੇ ਬਣਾ ਦਿੱਤੇ। ਤੇ ਗੁਰੂ ਮਹਾਰਾਜ ਦੇ ਜੀਵਨ ਜੋ ਘਟਨਾਵਾਂ ਨੇ ਉਹ ਤੋਂ ਪਤਾ ਲੱਗ ਜਾਂਦਾ। ਉਹ ਬੜੀ ਵਿਆਖਿਆ ਹੈ ਕਿ ਉਹ ਇਸਲਾਮ ਦੇ ਵੈਰ ਹੀ ਨਹੀਂ ਸੀ। ਇਸਲਾਮ ਵਾਲਿਆਂ ਕੋਲ ਤਾਂ ਉਸ ਵੇਲੇ ਗਏ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਉਸ ਵੇਲੇ ਸਭ ਤੋਂ ਪਹਿਲਾਂ ਸਰਸਾ ਪਾਰ ਕਰਨ ਤੋਂ ਬਾਅਦ ਨਿਹੰਗ ਖਾਂ ਪਠਾਨ ਦੇ ਕੋਟਲਾ ਪਿੰਡ ਹੈ ਰੋਪੜ ਦੇ ਨਾਲ, ਭੱਟਾ ਸਾਹਿਬ ਵਾਲਾ, ਉਹਦੇ ਕਿਲ੍ਹੇ 'ਚ ਗਏ। ਮਗਰ ਫੌਜ ਲੱਗੀ ਹੋਈ ਹੈ, ਕਿਲ੍ਹਾ ਘੇਰ ਲਿਆ ਫੌਜ ਨੇ। ਤੇ ਉਸ ਵੇਲੇ ਤਲਾਸ਼ੀ ਸ਼ੁਰੂ ਹੋ ਗਈ, ਸਾਰੇ ਕਮਰਿਆਂ ਦੀ ਤਲਾਸ਼ੀ ਉਸ ਪਠਾਨ ਨੇ ਦੇਤੀ, ਕਿਲ੍ਹੇ ਵਾਲੇ ਨੇ। ਲੇਕਿਨ ਇੱਕ ਕਮਰਾ ਉਹਨੇ ਨਹੀਂ ਖੋਲ੍ਹਿਆ, ਨਾ ਖੁਲਾਇਆ। ਕਹਿਣ ਲੱਗੇ ਇਹ ਕਮਰਾ, ਕਹਿੰਦਾ ਇੱਥੇ ਮੇਰਾ ਦਾਮਾਦ ਹੈ, ਮੈਂ ਇਹ ਕਮਰਾ ਨਹੀਂ ਖੋਲ੍ਹਣਾ। ਜੇ ਇਸਲਾਮ ਦੇ ਵੈਰੀ ਹੁੰਦੇ ਤਾਂ ਉਸ ਨੂੰ ਇਹ ਤੋਂ ਚੰਗਾ ਮੌਕਾ ਕੀ ਸੀ ਵੀ ਉਹ ਫੜਾ ਦਿੰਦੇ। ਉਹ ਤੋਂ ਬਾਅਦ ਹੁਕਮ ਰਾਜ ਦਾ ਇਹ ਸੀ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਪਨਾਹ ਦੇਗਾ, ਉਹਦੇ ਬੱਚਿਆਂ ਨੂੰ ਕੋਹਲੂ 'ਚ ਪੜਵਾ ਦਿੱਤਾ ਜਾਏਗਾ, ਕੁੱਤਿਆਂ ਤੋਂ ਪੜਾ ਦਿੱਤਾ ਜਾਏਗਾ। ਅਤੇ ਪਨਾਹ ਕੌਣ ਦਿੰਦਾ? ਚਮਕੌਰ ਸਾਹਿਬ ਤੋਂ ਨਿਕਲ ਕੇ ਜਦ ਮਾਛੂ ਵਾਲੇ ਗਏ, ਉੱਥੇ ਦੋ ਭਰਾ ਗਨੀ ਖਾਂ, ਨਵੀ ਖਾਂ, ਦੋਏ ਪਠਾਨ। ਤੀਸਰਾ ਪੀਰ ਉਹਨਾਂ ਦਾ, ਜਿਹਦਾ ਨਾਂ ਅਹਿਮਦ ਸ਼ਾਹ ਐਸਾ ਸੀ ਨਾਂ। ਅਤੇ ਉਸ ਨੇ ਪੀਰ ਨੇ ਗਵਾਹੀ ਦਿੱਤੀ ਕਿ ਉੱਚ ਦੇ ਪੀਰ ਨੇ ਸਾਰੀ ਵਿਉਂਤ ਬਣਾਈ ਗੁਰੂ ਦਸ਼ਮੇਸ਼ ਪਿਤਾ ਨੂੰ ਕੱਢਣ ਵਾਸਤੇ। ਉੱਥੋਂ ਕਿੱਥੇ ਜਾ ਕੇ ਟਿਕਦੇ ਨੇ ਮਹਾਰਾਜ? ਉੱਥੋਂ ਰਾਏ ਕੱਲੇ ਕੋਲ ਜਾਂਦੇ ਨੇ। ਰਾਏ ਕੱਲਾ ਰਾਏ ਕੋਟ ਦਾ ਰਾਜਾ ਸੀ, ਇਸਲਾਮ ਮੁਸਲਮਾਨ। ਉਹਨੂੰ ਚਿੱਠੀ ਜਾਂਦੀ ਹੈ ਸੂਬੇਦਾਰ ਸਰਹੰਦ ਦੀ ਕਿ ਚੰਗਾ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਨੂੰ ਰੋਕ ਲਿਆ, ਇਹ ਤਾਂ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ। ਹੁਣ ਤੂੰ ਹੱਥਕੜੀਆਂ ਅਤੇ ਵੇੜੀਆਂ ਲਾ ਕੇ ਦਿੱਲੀ ਭੇਜ ਦੇ, ਮੇਰੇ ਪਾਸ ਭੇਜ, ਅਤੇ ਬਾਦਸ਼ਾਹ ਔਰੰਗਜ਼ੇਬ ਤੋਂ ਤੈਨੂੰ ਬਹੁਤ ਬੜਾ ਇਨਾਮ ਦਿਵਾਵਾਂਗਾ, ਇਲਾਕਾ ਮਿਲੇਗਾ, ਬਹੁਤ ਰਿਆਇਤਾਂ ਮਿਲਣਗੀਆਂ। ਉਹਨੇ ਜਵਾਬ ਦਿੱਤਾ, ਕਹਿੰਦਾ ਨਵਾਬ ਸਾਹਿਬ ਇਹ ਗੱਲ ਠੀਕ ਹੈ, ਗੁਰੂ ਗੋਬਿੰਦ ਸਿੰਘ ਜਿੱਥੇ ਸਿਪਾਹ ਸਾਲਾਰ ਹੈ ਉੱਥੇ ਪੀਰ ਵੀ ਹੈ, ਅਤੇ ਉਹ ਸਾਡਾ ਪੀਰ ਹੈ। ਪੀਰ ਦੇ ਵਾਸਤੇ ਜਿਵੇਂ ਮਰੀਜ਼ ਕੱਟ ਕੇ ਮਰ ਜਾਂਦੇ ਨੇ, ਜਦ ਤੱਕ ਮੇਰੀ ਰਿਆਇਤ ਦਾ ਇੱਕ ਵੀ ਬੰਦਾ ਜਿਉਂਦਾ ਹੈ, ਉਸ ਵੇਲੇ ਤੱਕ ਗੁਰੂ ਗੋਬਿੰਦ ਸਿੰਘ ਵੱਲ ਕੋਈ ਨਹੀਂ ਦੇਖ ਸਕਦਾ। ਕੋਈ ਰਾਜਾ ਹੈ ਸੰਸਾਰ ਦਾ ਜਿਹੜਾ ਮਤਹਿਤ ਹੋਵੇ ਅਤੇ ਇਸ ਤਰ੍ਹਾਂ ਕਹਿ ਦੇਵੇ? ਕੋਈ ਨਹੀਂ ਕਹਿ ਸਕਦਾ। ਕਿੱਡੀ ਦਲੇਰੀ ਸੀ ਉਸ ਦੀ। ਜੇ ਇਸਲਾਮ ਦੇ ਦੁਸ਼ਮਣ ਹੁੰਦੇ ਤਾਂ ਇਸਲਾਮ ਵਾਲੇ ਉਸ ਵੇਲੇ ਫਰੈਂਡ ਇਨ ਨੀਡ, ਏ ਫਰੈਂਡ ਇਨ ਡੀਡ ਕਿਉਂ ਗੁਰੂ ਦਸਵੇਂ ਪਾਤਸ਼ਾਹ ਦੇ ਆਉਂਦੇ? ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਅਨੰਦਪੁਰ ਸਾਹਿਬ ਦੇ ਯੁੱਧ ਵਿੱਚ 6 ਮਹੀਨੇ ਤੋਂ ਘਿਰੇ ਹੋਏ। ਉਸ ਵੇਲੇ ਬਹੁਤ ਭਿਆਨਕ ਯੁੱਧ ਹੋ ਰਿਹਾ, ਸਿੰਘ ਬਹੁਤ ਘੱਟ ਕੇ ਥੋੜ੍ਹੇ ਰਹਿ ਗਏ। ਉਸ ਵੇਲੇ ਰੋਪੜ ਦਾ ਇੱਕ ਮੁਗਲ ਖਾਨ ਨਾਮ ਦਾ ਜਰਨੈਲ ਸੈਨਾਪਤੀ, ਉਸਨੇ ਕਿਹਾ ਵੀ ਅੱਜ ਹੱਲਾ ਕਰਕੇ ਫੜ ਲਓ ਗੁਰੂ ਦਸ਼ਮੇਸ਼ ਨੂੰ, ਅਤੇ ਜਾਂ ਮਾਰ ਦਿਓ ਜਿਉਂਦਾ ਜਾਂ ਮੁਰਦਾ, ਅੱਜ ਫੈਸਲਾ ਲੜਾਈ ਦਾ ਕਰ। ਬਹੁਤ ਭਿਆਨਕ ਯੁੱਧ ਹੋਇਆ।
ਸਾਰਾ ਦਿਨ ਯੁੱਧ ਹੋਏ ਗਿਆ ਤੇ ਰਾਤ ਪੈ ਗਈ। ਤੇ ਉਸ ਵੇਲੇ ਅਸੂਲ ਇਹ ਹੁੰਦਾ ਕਿ ਫੇਰ ਉਸੇ ਵੇਲੇ ਸੂਰਜ ਛਿਪਦੀ ਸਾਰ ਬਿਗਲ ਵੱਜ ਜਾਂਦਾ ਸੀ। ਫੇਰ ਕੋਈ ਨਹੀਂ ਸੀ ਲੜਦਾ, ਆਪਣੇ ਆਪਣੇ ਮੋਰਚਿਆਂ ਨੂੰ ਪਿੱਛੇ ਹਟ ਜਾਂਦੇ ਤੇ ਆਪਣੇ ਜ਼ਖਮੀਆਂ ਨੂੰ ਮਸਾਲਾ ਲੈ ਕੇ ਚੱਕਦੇ ਸੀ ਪਾਲਕੀਆਂ 'ਚ, ਤੇ ਉਹ ਵੀ ਚੱਕੀ ਜਾਂਦੇ ਸੀ, ਇਹ ਵੀ ਚੱਕੀ ਜਾਂਦੇ ਸੀ। ਫੇਰ ਕੋਈ ਲੜਿਆ ਨਹੀਂ ਸੀ ਕਰਦਾ। ਉਸ ਵੇਲੇ ਜਦੋਂ ਚੱਕ ਕੇ ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਆਏ, ਰਾਤ ਵੱਢੀ ਗਈ ਤੇ ਮਹਾਰਾਜ ਨੇ ਪੁੱਛਿਆ ਕਿ ਅੱਜ ਦੇ ਯੁੱਧ ਦਾ ਹਾਲ ਕੀ ਹੈ। ਤਾਂ ਉਹਨਾਂ ਨੇ ਕਿਹਾ, ਮਹਾਰਾਜ ਯੁੱਧ ਆਪਣੇ ਖਾਲਸੇ ਨੇ ਬੜਾ ਜਾਨਾਂ ਤੋੜ ਕੇ ਲੜਿਆ, ਅੱਗੇ ਨਹੀਂ ਵਧਣ ਦਿੱਤੇ, ਪਿੱਛੇ ਹਟਾਏ ਨੇ। ਪਰ ਮਹਾਰਾਜ ਇੱਕ ਜਸੂਸ ਹੈ ਆਪਣੀ ਫੌਜ ਦੇ ਅੰਦਰ। ਮਹਾਰਾਜ ਕਹਿੰਦੇ ਦੱਸੋ ਕਿਹੜਾ? ਕਹਿੰਦੇ ਕਨ੍ਹਈਆ। ਤਾਂ ਉਸ ਵੇਲੇ ਕਹਿੰਦੇ ਹਾਜ਼ਰ ਕਰੋ ਕਨ੍ਹਈਏ ਨੂੰ। ਕੀ ਗੱਲ? ਕਹਿੰਦੇ ਮਹਾਰਾਜ ਉਹ ਪਾਣੀ ਪਿਲਾਉਂਦਾ ਹੈ ਉਹਨਾਂ ਨੂੰ, ਸਾਨੂੰ ਨਹੀਂ ਪਿਲਾਉਂਦਾ ਰਿਹਾ, ਉਹਨਾਂ ਨੂੰ ਪਿਲਾਉਂਦਾ ਰਿਹਾ। ਸਾਨੂੰ ਪਿੱਛੋਂ ਆਉਂਦਾ ਸੀ, ਉਹਨਾਂ ਨੂੰ ਪਹਿਲਾਂ ਪਿਲਾਉਂਦਾ ਸੀ। ਕਹਿੰਦੇ ਲਿਆਓ ਡੇਰੇ 'ਚ ਦੇਖਿਆ। ਕਹਿੰਦੇ ਮਹਾਰਾਜ ਉਹ ਤਾਂ ਆਏ ਨਹੀਂ ਅਜੇ, ਮੈਦਾਨੇ ਜੰਗ 'ਚ ਨੇ। ਉੱਥੇ ਪਹੁੰਚੇ ਤਾਂ ਉਸ ਵੇਲੇ ਮਸਾਲਾ ਲੈ ਕੇ ਉਹ ਮੁਗਲ ਖਾਨ ਨੂੰ ਚੱਕਣ ਵਾਸਤੇ ਆ ਰਹੇ ਨੇ ਉਹਨਾਂ ਦੇ ਬੰਦੇ, ਕਿਉਂਕਿ ਜਰਨੈਲ ਲੱਭ ਨਹੀਂ ਰਿਹਾ ਉਹਨਾਂ ਨੂੰ ਵੀ ਕਿੱਥੇ ਕੁ ਗਿਰਿਆ ਹੋਇਆ। ਉਧਰਲੇ ਪਾਸੇ ਭਾਈ ਕਨ੍ਹਈਆ ਪਾਣੀ ਦੀ ਮਸ਼ਕ ਲੈ ਕੇ ਘੁੰਮ ਰਿਹਾ ਹੈ, ਕਿੱਥੋਂ ਆਵਾਜ਼ ਆ ਰਹੀ ਹੈ ਪਾਣੀ ਪਾਣੀ, ਦੌੜ ਕੇ ਪਾਣੀ ਦਿੰਦਾ ਤੇ ਉਸ ਮੁਗਲ ਖਾਨ ਨੂੰ ਪਾਣੀ ਪਿਲਾ ਰਿਹਾ। ਬੇਹੋਸ਼ ਹੈ, ਦੰਦਲ ਖੋਲੀ ਤੇ ਪਾਣੀ। ਜਦ ਅੰਦਰ ਗਿਆ ਹੋਸ਼ ਆਈ, ਕਹਿਣ ਲੱਗਿਆ ਕੌਣ? ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਅਧਰਾ ਜਿਹਾ ਸਿੱਖ। ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਦਾ ਸਿੱਖ? ਤੈਨੂੰ ਪਤਾ ਮੈਂ ਜਰਨੈਲ ਹਾਂ ਤੇ ਮੈਂ ਫੜਨ ਆਇਆ, ਤੂੰ ਮੈਨੂੰ ਪਾਣੀ ਪਿਲਾ ਰਿਹਾ। ਕਹਿੰਦਾ ਮੇਰੇ ਗੁਰੂ ਨੇ ਇਹ ਗੱਲ ਦੱਸੀ ਹੈ ਵੀ ਸਾਡਾ ਕੋਈ ਵੈਰੀ ਨਹੀਂ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਾਨਾਈ। ਕਹਿਣ ਲੱਗੇ ਖਾਨ ਸਾਹਿਬ, ਜਰਨੈਲ ਸਾਹਿਬ, ਸਾਡਾ ਕੋਈ ਵੈਰੀ ਨਹੀਂ ਹੈ, ਸਾਡੇ ਤਾਂ ਸਭ ਮਿੱਤਰ ਨੇ। ਗੁਰੂ ਨੇ ਤਾਂ ਸਾਨੂੰ ਸਮਦ੍ਰਿਸ਼ਟੀ ਇੱਥੇ ਤੱਕ ਦਿੱਤੀ ਹੈ ਕਿ ਗੁਰਸਿੱਖਾ ਜਿੱਧਰ ਤੂੰ ਦੇਖਦਾ ਹੈ ਉਧਰ ਮੇਰਾ ਹੀ ਸਰੂਪ ਦੇਖੀ, ਕੋਈ ਮੰਦਾ ਚੰਗਾ ਨਾ ਦੇਖੀ, ਸਾਰੇ ਹੀ ਚੰਗੇ ਨੇ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਦੇ ਭਾਣੇ ਕੋਏ ਨਾ ਭੁੱਲਾ, ਜਿਨ ਸਗਲੋ ਬਰਮ ਪਛਾਤਾ। ਸੋ ਕਹਿਣ ਲੱਗੇ ਮੇਰੀ ਡਿਊਟੀ ਹੈ ਪਾਣੀ ਪਿਲਾਉਣੀ। ਸੋ ਪਾਣੀ ਮੈਂ ਕਿਸ ਨੂੰ ਪਿਲਾ ਰਿਹਾ? ਮੈਂ ਆਪਣੇ ਗੁਰੂ ਨੂੰ ਪਿਲਾ ਰਿਹਾ। ਕਹਿੰਦਾ ਐਡਾ ਉੱਚਾ ਆਦਰਸ਼ ਤੇ ਅਸੀਂ ਇੰਨੇ ਮਾੜੇ, ਉਸ ਗੁਰੂ ਨੂੰ ਫੜਨ ਵਾਸਤੇ ਅਸੀਂ ਤੁਰੇ ਫਿਰਦੇ। ਇੰਨੇ ਨੂੰ ਸਿੰਘ ਪਹੁੰਚੇ ਆ ਕੇ, ਕਹਿਣ ਲੱਗੇ ਉਹ ਕਨ੍ਹਈਆ ਜਿਹਨੂੰ ਪਾਣੀ ਪਿਲਾਉਣਾ, ਇਹਨੂੰ ਤਾਂ ਅਸੀਂ ਮਾਰ ਕੇ ਸਿੱਟ ਕੇ ਗਏ ਸੀ। ਉਸੇ ਵੇਲੇ ਮਸ਼ਕ ਸਿੱਟਤੀ, ਮੁਸ਼ਕਾਂ ਕੱਸ ਲਈਆਂ, ਗੁਰੂ ਦਸ਼ਮੇਸ਼ ਪਿਤਾ ਦੇ ਸਾਹਮਣੇ ਪੇਸ਼ ਕੀਤਾ। ਮਹਾਰਾਜ ਕਹਿੰਦੇ ਕਿਉਂ ਕਨ੍ਹਈਆ ਤੂੰ ਅੱਜ ਕਹਿੰਦੇ ਪਤਾ ਲੱਗਿਆ ਵੀ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਰਿਹਾ? ਕਹਿੰਦੇ ਨਾ ਮਹਾਰਾਜ। ਕਹਿੰਦੇ ਮੁਗਲਾਂ ਨੂੰ ਪਿਲਾਇਆ? ਕਹਿੰਦੇ ਨਹੀਂ। ਕਹਿੰਦੇ ਮਹਾਰਾਜ ਝੂਠ ਬੋਲਦਾ ਹੈ। ਕਹਿੰਦੇ ਫਿਰ ਪਹਾੜੀਆਂ ਨੂੰ ਪਿਲਾਇਆ? ਕਹਿੰਦਾ ਨਹੀਂ ਮਹਾਰਾਜ। ਸਾਰੇ ਬੋਲ ਪਏ, ਕਹਿੰਦੇ ਮਹਾਰਾਜ ਅਸੀਂ ਆਪਣੀ ਅੱਖਾਂ ਨਾਲ ਦੇਖਿਆ, ਹੁਣ ਥੋਤੇ ਡਰਦਾ ਝੂਠ ਬੋਲਦਾ। ਮਹਾਰਾਜ ਕਹਿੰਦੇ ਫਿਰ ਤਾਂ ਖਾਲਸੇ ਨੂੰ ਪਾਣੀ ਪਿਲਾਇਆ? ਕਹਿੰਦਾ ਨਹੀਂ ਮਹਾਰਾਜ। ਫਿਰ ਤੂੰ ਪਾਣੀ ਕਿਹਨੂੰ ਪਿਲਾਉਂਦਾ ਰਿਹਾ? ਹੁਣ ਵੀ ਪਾਣੀ ਪਿਲਾਉਂਦਾ ਆਇਆ। ਕਹਿੰਦੇ ਹੇ ਗੁਰੂ ਗੋਬਿੰਦ ਸਿੰਘ, ਮੈਂ ਤੇਰੀ ਸਹੁੰ ਖਾ ਕੇ ਕਹਿਣਾ ਕਿ ਮੈਂ ਨਾ ਕਿਸੇ ਮੁਗਲ ਨੂੰ ਪਾਣੀ ਪਿਲਾਇਆ, ਨਾ ਮੈਂ ਕਿਸੇ ਪਹਾੜੀ ਫੌਜ ਦੇ ਸਿਪਾਹੀ ਨੂੰ ਪਾਣੀ ਪਿਲਾਇਆ, ਨਾ ਮੈਂ ਕਿਸੇ ਖਾਲਸੇ ਨੂੰ ਤੇਰੇ ਨੂੰ ਪਿਲਾਇਆ। ਮੈਂ ਜੇ ਪਾਣੀ ਪਿਲਾਇਆ ਤਾਂ ਮੈਂ ਤੈਨੂੰ ਇਹ ਪਿਲਾਉਂਦਾ ਰਿਹਾ। ਹੇ ਮਾਲਕ, ਤੈਂ ਮੇਰੀ ਨਿਗਾਹ ਖੋਲ ਦਿੱਤੀ, ਗੁਰੇ ਦਿਖਾਇਓ ਲੋਏ ਨਾ, ਮੈਨੂੰ ਅੱਖ ਦਿਖਾ ਦਿੱਤੀ। ਉਹ ਜਦ ਮੇਰੀ ਅੱਖ ਖੁੱਲੀ ਮੈਂ ਕੀ ਦੇਖਦਾ? ਈਤਾ ਹੈ ਊਤਾ ਹੈ ਘਟ 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 ਘਟ, ਤੂੰ ਹੀ ਮੋਹਨਾ। ਹੇ ਮਾਲਕ ਤੂੰ ਹੀ ਹੈ ਸਾਰੇ। ਤੇ ਗੁਰੂ ਮਹਾਰਾਜ ਵੀ ਇਸ ਫਰਮਾਨ ਕਰਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖਾ ਏ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬਰਮ ਗਿਆਨੀ ਹੋਏ। ਮਹਾਰਾਜ ਉੱਠ ਕੇ ਖੜੇ ਹੋ ਗਏ, ਬੁੱਕਲ 'ਚ ਲੈ ਲਿਆ। ਕਹਿੰਦੇ ਭਾਈ ਕਨ੍ਹਈਆ ਨਿਹਾਲ ਨਿਹਾਲ ਨਿਹਾਲ। ਸਾਰੇ ਹੈਰਾਨ ਹੋ ਗਏ ਬਈ ਸਜਾਏ ਮੌਤ ਮਿਲਣੀ ਸੀ, ਉਹਦੀ ਬਜਾਏ ਗੁਰੂ ਨੇ ਵਰ ਦੇ ਦਿੱਤਾ। ਤੇ ਨਾਲ ਕਿਹਾ, ਕਹਿੰਦੇ ਉਹ ਲਿਆਓ ਜਰਾ ਪੱਟੀਆਂ ਮੰਗਾ ਲੀਆਂ, ਮੱਲਮ ਮੰਗਾ ਲਈ। ਕਹਿੰਦੇ ਕਨ੍ਹਈਆ ਅੱਜ ਤੋਂ ਬਾਅਦ ਹੋਰ ਸਿੰਘ ਵੀ ਨਾਲ ਨਹੀਂ, ਤੇ ਮੈਨੂੰ ਕੱਲਾ ਪਾਣੀ ਨਾ ਪਿਲਾਈ, ਮੇਰੇ ਜ਼ਖਮ ਵੀ ਦੇਖੀ, ਜ਼ਖਮ ਸਾਫ਼ ਕਰੀ ਤੇ ਉਹਦੇ 'ਚ ਮੱਲਮ ਲਾਈ, ਫਿਰ ਉਹਦੇ ਬਾਅਦ ਪੱਟੀ ਬੰਨੀ, ਪੱਟੀ ਬੰਨ੍ਹ ਕੇ ਮੈਨੂੰ ਪਾਣੀ ਪਿਲਾਈ। ਠੀਕ ਹੈ, ਤੈਂ ਮੈਨੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ ਦੇਖ ਲਿਆ, ਕਿਉਂਕਿ ਇੱਥੇ ਦੂਜਾ ਨਹੀਂ ਹੈ ਕੋਈ ਵੀ, ਇੱਕੋ ਪ੍ਰਭੂ ਸਾਰਿਆਂ ਦੇ ਅੰਦਰ ਹੈ। ਸੋ ਇਸ ਤਰ੍ਹਾਂ ਦੇ ਨਾਲ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਗਮਤਾ 'ਚ ਨਹੀਂ ਆਉਂਦੀ ਉਹਦੀ ਕਿਰਿਆ, ਤੇ ਨਿਰਵੈਰ ਹੈ, ਨਿਰਾਲਾ ਕੰਮ ਕਰਿਆ। ਸੰਸਾਰ ਤਾਂ ਇਹ ਗੱਲ ਨਹੀਂ ਸੀ ਕਰ ਸਕਦਾ, ਕੋਈ ਜਰਨੈਲ ਨਹੀਂ ਸੀ ਕਰ ਸਕਦਾ,
ਲੇਕਿਨ ਇਹ ਕਿਹਨੇ ਕਰਿਆ? ਗੁਰੂ ਨੇ ਕਰਿਆ, ਕਿਉਂਕਿ ਗੁਰੂ ਦੇ ਲੱਛਣ ਵੱਖਰੇ ਹੁੰਦੇ। ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ, ਉਹਦੇ ਵਿੱਚ ਕਦੇ ਔਗਣ ਪੈਦਾ ਹੀ ਨਹੀਂ ਹੋਏਗਾ। ਉਹ ਧਰਮ ਦੀ ਧਰਤੀ ਹੈ ਤੇ ਧਰਮ ਦਾ ਹੀ ਉਹ ਮੰਦਰ ਹੈ, ਸੱਚਾ ਮੰਦਰ ਹੈ, ਅੰਮ੍ਰਿਤਸਰ ਸਾਚਾ, ਅੰਮ੍ਰਿਤ ਦਾ ਸਰੋਵਰ ਹੈ ਸਤਿਗੁਰੂ। ਤੇ ਉਹਦੇ ਉਸ ਧਰਤੀ ਦੇ ਅੰਦਰ ਜਿਹਾ ਬੀਜੇ ਸੋ ਲਾਉਣਾ, ਫਲ ਕਰਮ ਸੰਭਾਲਾ। ਮਾੜਾ ਕੁਛ ਬੀਜਦੇ ਨੇ, ਮਾੜਾ ਫਲ ਪ੍ਰਾਪਤ ਹੁੰਦਾ। ਜੇ ਸ਼ਰਧਾ ਨਹੀਂ ਹੈ, ਤਰਕ ਬੀਜਦੇ ਨੇ, ਤਾਂ 6 ਕਲਾ ਬੈਰਾਗ ਦੀਆਂ ਨਸ਼ਟ ਹੋ ਜਾਂਦੀਆਂ। ਜੇ ਸ਼ਰਧਾ ਬੀਜਦੇ ਨੇ, ਅੰਮ੍ਰਿਤ ਬੀਜਦੇ ਨੇ, ਅੰਮ੍ਰਿਤ ਦਾ ਫਲ ਮਿਲਦਾ। ਜਿਹੜੇ ਬਿਖ ਬੀਜਦੇ ਨੇ, ਬਿਖ ਮਿਲਦੀ ਹੈ। ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਸ਼ੀਸ਼ਾ ਹੈ ਸਤਿਗੁਰੂ। ਜਿਹਾ ਮੂੰਹ ਕਰ ਭਾਲੀਏ ਤੇ ਉਹ ਵਿਖਾਲਾ। ਜਿਹਾ ਜਿਹਾ ਵਿੰਗਾ ਮੂੰਹ ਕਰਕੇ ਦੇਖਾਂਗੇ, ਵਿੰਗਾ ਨਜ਼ਰ ਆਏਗਾ। ਸਿੱਧਾ ਕਰਕੇ ਦੇਖਾਂਗੇ, ਸਿੱਧਾ ਨਜ਼ਰ ਆਏਗਾ। ਸੇਵਕ ਦਰਗੇ ਸੁਰਖਰੂ, ਫਿਰ ਉਹਦੇ ਜਿਹੜੇ ਸੇਵਕ ਹੋਣਗੇ ਦਰਗਾਹ 'ਚ ਸੁਰਖਰੂ ਹੋਣਗੇ। ਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦੀ। ਸਭ ਆਦਰ ਦੇਣਗੇ, ਅਰੇ ਅਰੇ ਕੋਈ ਨਹੀਂ ਕਹੇਗਾ। ਸੋ ਐਸਾ ਹੈ ਸੇਵਕ ਦਰਗੇ ਸੁਰਖਰੂ, ਬੇਮੁਖ ਮੂੰਹ ਕਾਲਾ। ਬੇਮੁਖ ਜਿਹੜੇ ਹੋ ਜਾਣਗੇ, ਉਹਨਾਂ ਦੇ ਮੂੰਹ ਕਾਲੇ ਹੋਣਗੇ। ਤੇ ਸੰਸਾਰ 'ਚ ਜਦ ਤੱਕ ਸੂਰਜ ਚੰਦਰਮਾ ਤਾਰੇ ਨੇ, ਬੇਮੁਖ ਦਾ ਉਧਾਰ ਨਹੀਂ ਕਦੇ ਵੀ ਹੋਏਗਾ। ਗੁਰੂ ਤੋਂ ਜੋ ਬੇਮੁਖ ਹੁੰਦਾ, ਉਹਨੂੰ ਜਨਮਾਂ ਮਰਨਾ 'ਚ ਜਾਣਾ ਹੀ ਪੈਂਦਾ, ਜੰਮਦਾ ਰਹਿੰਦਾ ਮਰਦਾ ਰਹਿੰਦਾ। ਸੋ ਗੁਰੂ ਦੀ ਨਿਸ਼ਾਨੀ ਪੂਰੇ ਦੀ ਇਹ ਹੁੰਦੀ ਹੈ। ਸੋ ਉਹ ਜੋ ਗੁਰੂ ਹੈ, ਉਹ ਹੈ ਜਿਹੜਾ ਕੰਧ ਪਾ ਤੋੜ ਸਕਦਾ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਗਰਾਰੀ। ਗੁਰ ਪੂਰੇ ਹਉਮੈ ਭੀਤ ਤੋਰੀ, ਉਹ ਪੂਰੇ ਗੁਰੂ ਨੇ ਹਉਮੈ ਦੀ ਕੰਧ ਤੋੜ ਦਿੱਤੀ। ਜਾਂ ਨਾਨਕ ਮਿਲੇ ਬਨਵਾਰੀ। ਤੇ ਫਿਰ ਉਹ ਜਿਹੜਾ ਵਾਹਿਗੁਰੂ ਸੀ ਉਹ ਮਿਲ ਜਾਂਦਾ ਹੈ। ਸੋ ਮਹਾਰਾਜ ਫਰਮਾਨ ਕਰਦੇ ਨੇ ਕਿ ਪ੍ਰੇਮੀਆਂ ਪੁੱਛਦਾ ਤੂੰ ਕਿਨ ਬਿਧ ਮਿਲੈ ਗੁਸਾਈ ਮੇਰੇ ਰਾਮ ਰਾਏ। ਕੋਈ ਐਸਾ ਸੰਤ ਸਹਿ ਸੁਖ ਦਾਤਾ, ਮੋਇ ਮਾਰਗ ਦੇ ਵਧਾਈ। ਕੋਈ ਹੈ ਸੰਸਾਰ ਜਿਹੜਾ ਮੈਨੂੰ ਰਾਹ ਦੱਸ ਦੇਵੇ, ਸੁੱਖਾਂ ਨੂੰ ਦੇਣ ਵਾਲਾ। ਕੋਈ ਐਸਾ ਸੰਤ ਹੈ ਸੰਸਾਰ 'ਚ ਜਿਹੜਾ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਤੇ ਮੇਰੇ ਦੁੱਖ ਕੱਟ ਦੇਵੇ। ਕਿਉਂਕਿ ਮੈਂ ਅਨੇਕਾਂ ਜਨਮਾਂ ਤੋਂ ਭਟਕਦਾ ਫਿਰਦਾ, ਗੇੜੇ ਖਾਂਦਾ ਫਿਰਦਾ ਸੰਸਾਰ ਦੇ ਅੰਦਰ। ਤੇ ਮੈਂ ਬਹੁਤ ਦੁਖੀ ਹਾਂ, ਜੰਮਦਾ ਰਹਿਣਾ ਮਰਦਾ ਰਹਿਣਾ, ਕਰਮਾਂ ਦੇ ਜਾਲ 'ਚ ਮੈਂ ਫਸਿਆ ਹੋਇਆ, ਕਰਮ ਭੂਤ ਦਾ ਤੁਰਿਆ ਜਾਂਦਾ। ਮੈਨੂੰ ਕੋਈ ਪਤਾ ਨਹੀਂ ਹੈ, ਇੱਥੇ ਤਵਾਰ ਨਾ ਜੋਗੀ ਜਾਣੇ, ਰੁਤਵਾ ਨਾ ਕੋਈ। ਜਾਂ ਕਰਦਾ ਸਿਰਜੀ ਕੋ ਸਾਜੇ ਆਪੇ ਜਾਣੇ। ਸੋਏ ਉਹਨੂੰ ਇਹ ਪਤਾ ਹੈ ਵੀ ਕਿੰਨੀ ਦੇਰ ਤੋਂ ਮੈਂ ਭਟਕਦਾ। ਤੇ ਹੈ ਕੋਈ ਐਸਾ ਜਿਹੜਾ ਮੈਨੂੰ ਪਰਮ ਸੁੱਖ 'ਚ ਪਹੁੰਚਾ ਦੇਵੇ, ਤੇ ਜਿੱਥੇ ਜਾ ਕੇ ਮੈਨੂੰ ਭਟਕਣਾ ਨਾ ਪਵੇ। ਤੇ ਮੈਂ ਕਿਸੇ ਸਟਿਲ ਅਵਸਥਾ 'ਚ ਜਾ ਕੇ ਵਾਸਾ ਕਰਾਂ, ਜਿਸ ਨੂੰ ਬੇਗਮਪੁਰਾ ਸ਼ਹਿਰ ਕਹਿੰਦੇ ਨੇ। ਬੇਗਮਪੁਰਾ ਸ਼ਹਿਰ ਕੋ ਨਾ ਦੁਖ ਦੋ ਨਹੀਂ ਤੇ ਥਾਂ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਕਤਾ ਨਾ ਤਰਸ ਜਵਾਨ। ਨਾ ਉੱਥੇ ਖੌਫ ਹੈ, ਨਾ ਕੋਈ ਗਲਤੀ ਹੈ, ਨਾ ਉੱਥੇ ਕੋਈ ਦੋਇਮ ਹੈ, ਨਾ ਕੋਈ ਸੇਮ ਹੈ, ਨਾ ਕੋਈ ਅੱਬਲ ਹੈ, ਸਭ ਇੱਕੋ ਜਿਹੇ। ਤੇ ਐਸਾ ਥਾਂ ਜਿਸ ਨੂੰ ਸੱਚਖੰਡ ਬਸੇ ਨਿਰੰਕਾਰ, ਕਰ ਕਰ ਵੇਖਾ ਨਜ਼ਰ ਨਿਹਾਲ। ਉੱਥੇ ਕੋਈ ਹੈ ਜਿਹੜਾ ਮੈਨੂੰ ਉਸ ਥਾਂ 'ਤੇ ਪਹੁੰਚਾ ਦੇਵੇ ਤੇ ਮੇਰੇ ਪ੍ਰਭੂ ਨੂੰ ਮਿਲਾ ਦੇਵੇ। ਤੇ ਗੁਰੂ ਕਹਿੰਦੇ ਨੇ ਵੀ ਤੇਰੇ ਅੰਦਰ ਹੈ, ਕਾਹਨੂੰ ਭਟਕਦਾ? ਕਾਹੇ ਰੇ ਵਨ ਖੋਜਨ ਜਾਈ, ਕਿਉਂ ਵਨ ਖੋਜਦਾ ਫਿਰਦਾ? ਕਿਉਂ ਗਲਤ ਕੰਮਾਂ 'ਚ ਪੈਣਾ? ਗੁਰੂ ਨੇ ਤੈਨੂੰ ਗੱਲ ਦੱਸ ਦੇਣੀ ਹੈ। ਜੇ ਗੁਰੂ ਨਹੀਂ ਕਰਿਆ ਗੱਲ ਦਾ ਨਹੀਂ ਪਤਾ ਲੱਗਦਾ। ਬਾਬਾ ਫਰੀਦ ਬਚਪਨ ਤੋਂ ਹੀ ਪਰਮੇਸ਼ਰ ਦੇ ਰਸਤੇ ਮਾਂ ਨੇ ਲਾਤਾ ਸੀ, ਕਿਉਂਕਿ ਮਾਂ ਬੜੀ ਸੋਝੀ ਵਾਲੀ ਸੀ। ਬਿਰਲੀਆਂ ਮਾਵਾਂ ਨੇ, ਬਾਕੀ ਤਾਂ ਐਵੇਂ ਹੀ ਹੈ। ਮਹਾਰਾਜ ਬਾਕੀਆਂ ਨੂੰ ਨਹੀਂ ਮਾਂ ਗਿਣਦੇ, ਜਿਨ੍ਹਾਂ ਦੇ ਬੱਚੇ ਭਗਤੀ ਨਾ ਕਰਨ, ਨਾਮ ਨਾ ਜਪਣ। ਤੇ ਮਹਾਰਾਜ ਕਹਿੰਦੇ ਤੂੰ ਮਾਂ ਕਹਾਉਣ ਦੀ ਹੱਕਦਾਰ ਹੈ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ। ਤੇਰਾ ਘਰ ਵਾਲਾ ਹੀ ਮਰ ਜਾਂਦਾ। ਐਸਾ ਪ੍ਰੋਬਲਮ ਹੋਏ ਤਾਂ ਨਾ ਤੂੰ ਜੰਮਦੀ। ਜਿਹਨੇ ਸੰਸਾਰ ਦੇ ਅੰਦਰ ਹੋਰ ਦੁੱਖ ਪੈਦਾ ਕਰਨੇ ਨੇ, ਅਗਿਆਨਤਾ ਪੈਦਾ ਕਰਨੀ ਹੈ। ਸੋ ਤੂੰ ਮਾਂ ਤਾਂ ਸੀ ਜੇ ਤੇਰਾ ਪੁੱਤਰ ਪਰਮੇਸ਼ਰ ਵੱਲ ਲੱਗਦਾ। ਤਿੰਨ ਧਨ ਜਣੇਂਦੀ ਮਾਓ, ਆਏ ਸਫਲ ਸੇ। ਉਹ ਮਾਵਾਂ ਧਨ ਨੇ ਜਿਨ੍ਹਾਂ ਦੇ ਪੁੱਤਰ ਪਰਮੇਸ਼ਰ ਦਾ ਨਾਮ ਜਪਦੇ ਨੇ, ਪਰਮੇਸ਼ਰ ਵੱਲ ਜਾਂਦੇ ਨੇ। ਜਿਨ੍ਹਾਂ ਦੇ ਪੁੱਤਰਾਂ ਨੇ ਪਰਮੇਸ਼ਰ ਨੂੰ ਭੁੱਲ ਕੇ ਮਨਮੱਤ ਕਰਨੀ ਹੈ, ਉਹ ਤਾਂ ਮਾਂ ਨੂੰ ਗਾਲ ਲੱਗਦੀ ਹੈ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ। ਜੇ ਨਾ ਰਾਮ ਭਗਤ ਨਹੀਂ ਸਾਧੀ, ਜਨਮਤ ਕਸ ਨਾ ਮੋਇਓ ਅਪਰਾਧੀ। ਜੇ ਰਾਮ ਦੀ ਭਗਤੀ ਨਹੀਂ ਕਰਨੀ ਸੀ ਤਾਂ ਜੰਮਦਾ ਹੀ ਮਰ ਜਾਂਦਾ। ਪਾਪ ਤਾਂ ਨਾ ਤੂੰ ਬੀਜਦਾ, ਤੈਨੂੰ ਫੇਰ ਫਲ ਭੁਗਤਣਾ ਪਏਗਾ। ਕਿੰਨਾ ਕੁਛ ਬੀਜ ਲਿਆ, ਕਿੰਨੇ ਜਨਮ ਤੂੰ ਭੋਗੇਂਗਾ।
ਕਿਹੜੀ ਕਿਹੜੀ ਟੇਢੀ ਜੂਨ 'ਚ ਜਾਵੇਂਗਾ, ਕਿੱਥੇ ਕਿੱਥੇ ਜਾ ਕੇ ਤੂੰ ਦੁੱਖ ਪਾਵੇਂਗਾ। ਤੇ ਇਹ ਤੋਂ ਚੰਗਾ ਸੀ ਤੂੰ ਪੈਦਾ ਹੁੰਦਾ ਹੀ ਮਰ ਜਾਂਦਾ, ਪਾਪ ਦਾ ਤੂੰ ਤੇਰੇ ਕੋਲ ਨਾ ਹੁੰਦੇ। ਸੋ ਇਸ ਤਰ੍ਹਾਂ ਦੇ ਨਾਲ ਮਾਂ ਨੇ ਲਾਤਾ ਪਰਮੇਸ਼ਰ ਵੱਲ, ਲੇਕਿਨ ਮਾਂ ਨੂੰ ਰਸਤੇ ਦਾ ਪਤਾ ਨਹੀਂ ਸੀ। ਭੇਜ ਦਿੱਤਾ ਜੰਗਲਾਂ 'ਚ ਫਰੀਦਾ। ਤਿੰਨ ਗੱਲਾਂ ਯਾਦ ਰੱਖੀ, ਇੱਕ ਤਾਂ ਕਿਲੇ ਵਿੱਚ ਨਹੀਂ, ਦੂਸਰਾ ਤੂੰ ਗਦੈਲਿਆਂ 'ਤੇ ਸੋਈ, ਮਖਮਲੀ ਗਦੈਲਿਆਂ 'ਤੇ, ਤੀਸਰਾ ਤੂੰ 36 ਪਦਾਰਥ ਦੇ ਭੋਜਨ ਖਾਈ। ਫਰੀਦ ਹੈਰਾਨ ਹੋ ਗਿਆ, 18 ਸਾਲ ਦੀ ਉਮਰ ਹੈ। ਮਾਤਾ ਤੇਰਾ ਹੁਕਮ ਮੈਂ ਕਿਵੇਂ ਮੰਨਾਂਗਾ, ਜੰਗਲਾਂ 'ਚ ਭੇਜਦੀ ਹੈ, ਉੱਥੇ ਕਿਲਾ ਕਿੱਥੇ ਹੈ, ਦਰਖਤ ਹੀ ਦਰਖਤ ਨੇ, ਉੱਥੇ ਕੌਣ ਮੈਨੂੰ ਬਿਸਤਰੇ ਲੈ ਕੇ ਦੇਗਾ, ਉਸ ਨੂੰ ਭੁੰਜੇ ਸੌਣਾ ਪੈਂਦਾ। ਮਾਤਾ 36 ਪ੍ਰਕਾਰ ਦੇ ਭੋਜਨ ਕੌਣ ਲਿਆਏਗਾ, ਪਤਾ ਨਹੀਂ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ। ਮਾਤਾ ਕਹਿਣ ਲੱਗੀ, ਫਰੀਦਾ ਸੰਤਾਂ ਦੀਆਂ ਰਮਜਾਂ ਹੁੰਦੀਆਂ ਨੇ, ਖੋਲ ਕੇ ਗੱਲ ਨਹੀਂ ਕਰਿਆ ਕਰਦੇ, ਤੈਨੂੰ ਸਾਧੂ ਮਿਲਣੇ, ਐਵੇਂ ਗੱਲਾਂ ਤੇਰੇ ਨਾਲ ਕਰਨੀਆਂ, ਸਮਝਣ ਦਾ ਯਤਨ ਕਰੀ। ਮਾਤਾ ਮੈਂ ਸਮਝਿਆ ਨਹੀਂ, ਕਿਉਂਕਿ ਮੈਂ ਸਾਧੂਆਂ ਦੀ ਸੰਗਤ ਨਹੀਂ ਅਜੇ ਕੀਤੀ, ਆਲਫਾਂ ਦੀ ਸੰਗਤ ਨਹੀਂ ਕੀਤੀ, ਤੇ ਮੈਨੂੰ ਪਤਾ ਨਹੀਂ। ਕਹਿਣ ਲੱਗੇ, ਫਰੀਦਾ ਕਿਲਾ ਸਤਸੰਗ ਨੂੰ ਕਹਿੰਦੇ ਨੇ, ਜਿੱਥੇ ਸਾਧੂ ਤਪ ਕਰਦੇ ਹੋਣਗੇ, ਜਿੱਥੇ ਜ਼ੋਹਦ ਕਰਦੇ ਹੋਣਗੇ ਤਪਸਵੀ, ਉੱਥੇ ਨਹੀਂ। ਉੱਥੇ ਤੇਰੇ ਤੇ ਮਾਇਆ ਨਹੀਂ ਪਏਗੀ। ਮਾਇਆ ਦੁਸ਼ਮਣ ਹੈ। ਕੰਚਨ ਤੇ ਕਾਮਨੀ, ਦੋ ਕਿਸਮ ਦੀ ਮਾਇਆ ਤਾਂ ਹੈ ਬਾਹਰ, ਤੀਸਰੀ ਮਾਇਆ ਹੈ ਅੰਦਰਲੀ, ਜਿਹਨੂੰ ਰਿੱਧੀ ਸਿੱਧੀ ਸ਼ਕਤੀਆਂ ਕਹਿੰਦੇ। ਇਹ ਤਿੰਨੇ ਹੀ ਮਾਇਆ ਆਦਮੀ ਨੂੰ ਗਰਾਉਂਦੀਆਂ। ਪੈਸੇ 'ਚ ਬੜੀ ਸ਼ਕਤੀ ਹੈ। ਵੱਡੇ ਤੇ ਵੱਡਾ ਸੰਤ ਜਿਹੜਾ ਹੈ ਪੈਸੇ ਦੇ ਨਾਲ ਖਰੀਦਿਆ ਜਾਂਦਾ, ਉਹਦੇ ਮਨ 'ਚ ਆ ਜਾਂਦਾ ਵੀ ਮੇਰਾ ਬੜਾ ਸ਼ਰਧਾਲੂ ਹੈ, ਸੋ ਇਹਦੇ 'ਚ ਬੜੀ ਸ਼ਕਤੀ ਹੈ। ਦੂਸਰੀ ਜੋ ਕਾਮਨੀ ਹੈ, ਇਸਤਰੀ ਹੈ, ਉਹਦੇ ਵਿੱਚ ਵੀ ਬੜੀ ਸ਼ਕਤੀ ਹੈ, ਖਿੱਚ ਲੈਂਦੀ ਹੈ, ਸਾਧੂ ਦਾ ਤਪ ਤੋੜ ਦਿੰਦੀ ਹੈ। ਇਹ ਦੋ ਚੀਜ਼ਾਂ ਤੈਨੂੰ ਤੰਗ ਕਰਨਗੀਆਂ। ਤੀਸਰੀ ਹੈ ਸੂਖਸ਼ਮ ਮਾਇਆ ਤੇਰੇ ਅੰਦਰ, ਉਹਦੇ ਵਿੱਚ ਮਾਣ ਹੈ, ਮਾਣ ਸਾਰਿਆਂ ਨੂੰ ਖਾ ਗਿਆ। ਕਬੀਰ ਮਾਇਆ ਤਜੀ ਤੋਂ ਕਿਹਾ ਵਿਆਹ, ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੀ ਕੋ ਖਾਏ। ਕਹਿੰਦੇ ਸਾਰਿਆਂ ਨੂੰ ਮਾਨ ਖਾ ਜਾਂਦਾ ਹੈ ਫਰੀਦਾ। ਫਿਰ ਤੇਰੇ ਅੰਦਰ ਸ਼ਕਤੀਆਂ ਹੋਣੀਆਂ ਨੇ, ਸ਼ਕਤੀਆਂ ਦੇ ਨਾਲ ਤਾਂ ਚਮਤਕਾਰ ਦਿਖਾਉਣੇ ਨੇ, ਚਮਤਕਾਰਾਂ ਨਾਲ ਤੇਰੀ ਪੂਜਾ ਹੋਏਗੀ। ਜੇ ਕੋਈ ਤੇਰੀ ਵਿਰੋਧਤਾ ਕਰੇਗਾ ਫਿਰ ਤੈਨੂੰ ਕ੍ਰੋਧ ਆਏਗਾ। ਸੋ ਇਹ ਮਾਇਆ ਨੇ ਤੈਨੂੰ ਸਿੱਟ ਲੈਣਾ। ਸੋ ਮੈਂ ਇਸ ਕਰਕੇ ਤੈਨੂੰ ਕਿਹਾ ਕਿ ਤੂੰ ਸਾਧੂਆਂ ਦੇ ਵਿੱਚ ਰਹੀ। ਦੂਸਰਾ ਜਿਹੜਾ ਮੇਰਾ ਵਚਨ ਹੈ ਉਹ ਇਹ ਹੈ ਕਿ ਤੂੰ ਰੇਸ਼ਮੀ ਗਦੈਲਿਆਂ ਤੇ ਸਾਈ। ਉਹ ਇਹ ਹੈ ਫਰੀਦਾ, ਜਦ ਤੱਕ ਬੰਦਗੀ ਕਰਦੇ ਕਰਦੇ ਨੀਂਦ ਆ ਜਾਵੇ, ਨਾ ਬੈਠੋ ਵੇ, ਉਸ ਵੇਲੇ ਚਾਹੇ ਡਲਿਆਂ ਤੇ ਪਿਆ, ਚਾਹੇ ਕੰਡੇ ਦੇ ਉੱਤੇ ਪਿਆ, ਤੈਨੂੰ ਗਦੈਲਿਆਂ ਵਾਲਿਆਂ ਨਾਲੋਂ ਵੱਧ ਨੀਂਦ ਆਏ। ਤੀਸਰਾ, ਜਦ ਭੁੱਖ ਲੱਗ ਜਾਵੇ ਹੱਦ ਤੋਂ ਜ਼ਿਆਦਾ, ਚਾਹੇ ਸੁੱਕੀ ਹੋਈ ਰੋਟੀ 5 ਦਿਨ ਦੀ 7 ਦਿਨ ਦੀ ਮਿਲ ਜਾਵੇ, ਪਾਣੀ 'ਚ ਪਾ ਕੇ ਨਰਮ ਕਰਕੇ ਖਾ ਲਈ, 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਉਸ ਰੋਟੀ 'ਚੋਂ ਆਏ। ਸਮਝ ਗਿਆ, ਜੰਗਲਾਂ 'ਚ ਲੈ ਗਿਆ। 12 ਸਾਲ ਹੋਰ ਤਪੱਸਿਆ ਕੀਤੀ, ਪੱਤੇ ਸੂਤ ਖਾਂਦਾ ਰਿਹਾ, ਸ਼ਕਤੀ ਆ ਗਈ। ਮਿਲਣ ਆਇਆ ਮਾਂ ਨੂੰ, ਸ਼ਕਤੀ ਦਾ ਜ਼ਿਕਰ ਕੀਤਾ। ਮਾਂ ਕਹਿੰਦੀ ਇਹ ਤਾਂ ਕੁਛ ਵੀ ਨਹੀਂ ਹੈ। ਫੇਰ ਜਾ 12 ਸਾਲ ਫੇਰ। ਉਸ ਵੇਲੇ ਇੰਨੀ ਘੋਰ ਤਪੱਸਿਆ ਕੀਤੀ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੋ ਸੋ ਰੱਬ ਨਾ ਬੋੜਿਓ, ਦੇਖ ਬੰਦੇ ਦੇ ਪਾਸ। ਕਾਗਾ ਕਰਨ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਇਓ, ਫਿਰ ਦੇਖਣ ਕੀ ਆਸ। ਐਸੀ ਘੋਰ ਤਪੱਸਿਆ ਕੀਤੀ। ਉਸ ਵੇਲੇ ਆਵਾਜ਼ ਆਈ ਫਰੀਦ ਨੂੰ, ਫਰੀਦਾ ਕੀ ਕਾਹਦੇ ਵਾਸਤੇ ਦੁੱਖ ਸਹਿ ਰਿਹਾ? ਕਾਵਾਂ ਨੇ ਤੇਰਾ ਮਾਸ ਖਾ ਲਿਆ, ਅੱਖਾਂ ਤੇਰੀਆਂ ਬਚਦੀਆਂ, ਐਡਾ ਦੁੱਖ। ਕਹਿੰਦਾ ਮੈਨੂੰ ਆਸ ਹੈ ਵੀ ਮੇਰਾ ਪ੍ਰਭੂ ਆ ਜਾਏ। ਕਹਿੰਦੇ ਪ੍ਰਭੂ ਨੇ ਬਾਹਰੋਂ ਨਹੀਂ ਆਉਣਾ। ਫਰੀਦਾ ਜੰਗਲ ਕਿਆ ਪਵੇ, ਬਣ ਕੰਡਾ ਮੋੜੇ, ਬਸੀ ਰੱਬ ਹੀ ਆਲੀ ਹੈ, ਜੰਗਲ ਕਿਆ ਢੂੰਡੇ। ਕਾਹਨੂੰ ਢੂੰਡਦਾ ਜੰਗਲਾਂ 'ਚ, ਉਹ ਤਾਂ ਅੰਦਰ ਰਹਿੰਦਾ ਤੇਰੇ। ਕਹਿੰਦੇ ਐ ਦਰਵੇਸ਼ ਮੈਨੂੰ ਦੱਸ ਦੇ ਹੁਣ ਰਸਤਾ, ਮੈਨੂੰ ਨਹੀਂ ਲੱਭਿਆ, ਮੈਂ 24 ਸਾਲ ਬਰਬਾਦ ਕਰ ਲਏ। ਕਹਿੰਦੇ ਰਸਤਾ ਕਿਸੇ ਕਾਮਲੇ ਮੁਰਸ਼ਦ ਦੀ ਸ਼ਰਨ ਦੇ ਅੰਦਰ, ਮੁਰਸ਼ਦ ਕਾਮਲ ਦੀ ਸ਼ਰਨ 'ਚ ਜਾ, ਪੂਰਾ ਗੁਰੂ ਲੱਭ ਲੈ। ਕਹਿੰਦੇ 10 ਪਾ ਦੇ। ਕਹਿੰਦੇ ਅਜਮੇਰ 'ਚ ਬੈਠਾ ਹੈ ਇਸ ਵੇਲੇ, ਤੇ ਉੱਥੇ ਚਲਿਆ ਜਾ। ਬਖਤਿਆਰ ਕਾਕੀ ਉਹਦਾ ਨਾਂ ਹੈ, ਤੇ ਉੱਥੇ ਚਲੇ ਜਾ। ਮੁਈਉਦੀਨ ਦਾ ਉਹ ਮਰੀਦ ਹੈ, ਤੇ ਇਸ ਵੇਲੇ ਉਹਦੇ ਕੋਲ ਜੋਤੀ ਹੈ, ਉਹਨੂੰ ਅਧਿਕਾਰ ਮਿਲਿਆ ਹੋਇਆ ਤਾਰਨ ਦਾ। ਉੱਥੇ ਜਾ। ਬਾਬਾ ਫਰੀਦ ਜਾਂਦਾ। 14 ਸਾਲ ਸੇਵਾ ਕਰੀ। 14ਵੇਂ ਸਾਲ ਗੁਰੂ ਨੇ ਦੇਖਿਆ ਕਸਬੱਟੀ ਲਾਤੀ। ਕਹਿੰਦੇ
रोज इशनान करता सी। उस दिन बड़ा बहुत मीह बरसिया, इन्ना बरसिया कि जिथे अग दबी हुई सी उत्थे भी पानी आ गया। तो जब फरीद जागया हैरान हो गया भी अग कित्थों लवां। शहर नूं तुर पिया अजमेर शरीफ नूं। उत्थे जांदे जांदे पेशवा दा दरवाजा बंद सी, लेकिन दीवा जलदा सी। दस्तक दित्ती, 1 वजिया होया। क्योंकि जो विकारी पुरुष होंदे ने वो पहली रात जागदे ने, बंदगी करन वाले पिछली रात जागदे हैं। ते फरमान है बाणी दे अंदर, पिछला रात ना जागे जीवत लो मोयो। तू कहंदे पिछली रात नहीं जागदा, तू तो जिउंदा ही मर गया। कबीर सूता क्या करे, उठ के ना जपे मरार। एक दिन सोवन होएगो लांबे घोड़ पसार। उस दिन सौ ली, फिर तेनू जगाउणा नहीं, ना तैं जागना किसी दे जगाया। हुण जाग, पिन्नी रैनड़िए चमकन तारे। जागे संत जना मेरे राम प्यारे। ये सीने खिच जिन्हां ने खाधी, वो कारा राम ना बहंदे। न्यों वाले नैणा की नींदर, वो दिने रात पए बहंदे। सो अमृत वेले साधु जागदे ने। संसार पहली रात जागदा है, विषय विकारां च जाग के थक के पै जांदा। दिन चढ़े नींद आउंदी है, जाग आउंदी है। सो भजन बंदगी दा समां उहदा लंघ जांदा सारा। सो बेशवा जाग रही है विकारां दे अंदर। विकारी पुरुष हुणे गए ने, दरवाजा बंद कीता, दीवा बजाया नहीं। उधेड़ पुणे च बैठी है सवेर वास्ते, सौण की तैयारी कर रही है। दिन भर दे संस्कार अखां दे अगे घूम रहे, नींद नहीं आ रही। दस्तक दित्ती, कहंदी कौन? कहंदा मैं फरीद। फरीद कौन? कहंदे मैं मरीद हाँ ख्वाजा जी दा। कहंदी फरीदा तू गलती नाल आ गया, ये तो वेशवा दा घर है, इत्थे पीरा फकीरां दा की काम? तैनू पता है इत्थे की हुंदा है? सेज सोहनी चंदन चोआ नरक घोर का द्वारा। इत्थे तां कुंभी नरक दा टिकट मिलदा है। फरीदा भुल के आ गया, जा कोई होर द्वारा पाल। कहंदा बीबा माता मैनू तेरे से ही काम। दरवाजा खोल। घबरा के आ गई, कहंदी की चाहुंदा है? कहंदा मैनू अग दे, मेरे मुरशद दे इशनान करन दा वक्त हो गया ते मैं इशनान कराउणा। ते कहण लग्या मैनू जरूर अग दे दे, मींह पैंदा मूले तार। कहण लगी एडे मींह च दौड़िया आया, एडा प्यार है, जे एडा प्यार है तो मैं मुफ्त नहीं अग देनी। कहंदा हुक्म करो। कहंदे अपने शरीर का कोई अंग कट के दे। कहंदे कोई लै लै जिहड़ा तेरा जी करदा। जे सिर दिते ते भी मेरा काम चल जावे, मेरा मुरशद खुश हो जावे, तां ये सिर मेरे किसी काम नहीं है, लेखे च लग जाए। दस बीबी की चाहिए? कहंदी अख दा डेला दे। छुरी आ गई ते प्लेट आ गई। कहंदा लै कढ लै। कहंदी मैं नहीं कढना, आपे कट। उस वेले डेला कढ के देता, अग लै ली ते लिया के इशनान किया। मुरशद का इशनान आप कराया, अख बन ली। सवेरा हो गया तो वह मुरशद कह लग्या फरीद की करता है? कहते महाराज गोशा नशीन होके भगती कर रहा, कंध वाल मूँह कराया, बुलाओ उस। नेड़े आ गए, कहते फरीदा अख क्यों बनी है? कहता मुरशद आई हुई है। कहते फरीदा गई हुई बनी दी, आई हुई नहीं बनी दी। पट्टी खोल दे। पट्टी खोली, सवाई अख। सो किरपा कर दी। उस वेले अंदरला परमेशर जिहड़ा सी माया का पड़दा तोड़ के, उस वेले अंदरला प्रभु का हाजर नाजर घट घट च व्यापक दरखात ते नाल रूहानी शक्तियाँ, रूहानी अवस्था। क्योंकि जदों रूहानी अवस्था प्राप्त होती है, रूहानी शक्तियाँ पिछे लगियां फिरदियां, मिहनत करदियां। 9 निधि 18 सिद्धि पिछे लगियां फिरे, जो हर हिरदे सदा वसाए। जिन्हों आत्म ज्ञान हो गया पिछे लगियां फिरदियां, पर संत कोई काम नहीं लेंदे, फालतू चीज़ समझते ने उन्होंने। कहते जा हुण बैठ के ये जी दान दे। सो महाराज कहते कानू तू हैरान होंदा फिरदा है, काहे रे वन खोजन जाई, सर्व निवासी सदा लेपा तोहे संग समाई। वो तो तेरे नाल रहिंदा महाराज, पता नहीं लगता। कहते पोहब मत ज्यों वास वसता है, मुकर मैं जैसे छाई। जिवें फुੱਲ ਦੇ ਵਿੱਚ वासना रहिंदी है, वासना करके ही फुੱਲ ਦੇ 2 रूप ने, एक खुशबू है तो एक वासना। खुशबू है तो एक ਉਹਦਾ रूप है पत्तियां ਦਾ। पत्तियां ਦਾ रूप ਦੇ ਨਾਲ ਜੇ वासना है ਤਾਂ ਉਹ फुੱਲ ਦੀ ਸੁੰਦਰਤਾ ਵੱਧ ਜਾਂਦੀ ਹੈ। ਜੇ वासना ਰਹਿਤ ਹੈ ਤਾਂ ਉਹਦੇ 'ਚ ਖਿੱਚ ਨਹੀਂ ਹੋਇਆ ਕਰਦੀ, ਹਟ ਜਾਂਦੀ। वासना ਹੋਵੇ बार-बार आदमी नेड़े ਜਾਂਦਾ। सो ऐसे तरह आदमी के अंदर वासना वांगू तेरे अंदर परमेश्वर का निवास है।
ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਵਾਂ ਹੁੰਦਾ, ਐਂ ਹੀ ਰੱਬ ਰਹਿੰਦਾ। ਸੋ ਇਸ ਤਰ੍ਹਾਂ ਦੇ ਨਾਲ ਤੇਰੇ ਅੰਦਰ ਰਹਿੰਦਾ ਹੈ। ਪੋਹ ਮੱਧ ਚੋਂ ਬਾਸ ਬਸਤਾ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਇਸ ਤਰ੍ਹਾਂ ਤੇਰੇ ਅੰਦਰ ਪਰਮੇਸ਼ਰ ਦਾ ਵਸ ਹੈ, ਤੂੰ ਅੰਦਰ ਖੋਜ ਕਰ। ਬਾਹਰ ਭੀਤਰ ਇੱਕ ਹੋ ਜਾਣਾ, ਇਹ ਗੁਰ ਗਿਆਨ ਬਤਾਈ। ਕਹਿੰਦੇ ਬਾਹਰ ਵੀ ਉਹ ਹੈ ਤੇ ਅੰਦਰ ਵੀ ਉਹ ਹੈ, ਤੂੰ ਇਹਨੂੰ ਜਾਣ ਲੈ, ਪਛਾਣ ਲੈ। ਕਹੋ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਇੱਥੇ ਭਰਮ ਦੀ ਕਾਈ ਕਹਿਤਾ। ਇਸ ਥਾਂ ਦੇ ਉੱਤੇ ਮਹਾਰਾਜ ਨੇ ਕਿਹਾ ਕਿ ਹਉਮੈ ਦੀ ਕੰਧ ਹੈ ਤੇ ਆਪਾ ਚੀਨਣਾ ਪੈਂਦਾ ਵੀ ਹੂ ਐਮ ਆਈ, ਮੈਂ ਕੌਣ ਹਾਂ। ਜਦ ਤੱਕ ਤੈਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਮੈਂ ਕੌਣ ਹਾਂ, ਤੇ ਨਿਹਚੇ ਪੂਰਵਕ ਤੇਰਾ ਨਿਹਚਾ ਨਹੀਂ ਬਣਦਾ, ਤੇਰੇ ਅੰਦਰੋਂ ਭਰਮ ਦਾ ਨਾਸ਼ ਨਹੀਂ ਹੋਣਾ। ਕਿਉਂ? ਭਰਮ ਮੋਹ ਮਾਇਆ ਵਿਕਾਰ, ਇਹਨੇ ਸਾਰਾ ਸੰਸਾਰ ਮੋਹ ਲਿਆ। ਮਾਇਆ ਮੋਹ ਸਭੋ ਜਗ ਸੋਇਆ। ਇਹ ਭਰਮ ਕਹੋ ਕਿਉਂ ਜਾਈ। 5 ਕਿਸਮ ਦੇ ਭਰਮ ਹੁੰਦੇ ਨੇ। ਦੱਸੋ, ਕਹਿੰਦੇ 5 ਕਿਸਮ ਦੇ ਭਰਮ ਕਿਵੇਂ ਜਾਣਗੇ? ਜਾ ਨਹੀਂ ਸਕਦੇ। ਇਸੇ ਕਰਕੇ ਰੱਬ ਦੂਰ ਲੱਗਦਾ। ਇਹੀ ਹਉਮੈ ਦਾ ਸਰੂਪ ਹੈ। ਏਕਾ ਸੰਗਤ, ਇਕਤ ਗ੍ਰਹਿ ਵਸਤੇ। ਇਹ ਸਰੀਰ ਵਿੱਚ ਇਹ ਦੋਏ ਰਹਿੰਦੇ ਨੇ ਇੱਕ ਸੇਜ ਦੇ ਉੱਤੇ, ਇਕੱਠੇ ਪੈਂਦੇ ਨੇ, ਲੇਕਿਨ ਬਾਤ ਨਹੀਂ ਕਰਦੇ, ਮਿਲ ਬਾਤ ਨਾ ਕਰਦੇ ਭਾਈ। ਕਿਉਂ? ਇਹ ਬਾਰ-ਬਾਰ ਫਿਰਦਾ ਹੈ। ਪਰਮੇਸ਼ਰ ਅੰਦਰ ਹੈ, ਇਹ ਅੰਦਰ ਨੂੰ ਮੁੜਦਾ ਨਹੀਂ। ਇਸ ਕਰਕੇ ਕੋਲ ਰਹਿੰਦਾ ਹੋਇਆ ਦੂਰ ਬਣ ਗਿਆ। ਇੱਕ ਵਸਤ ਮੈਨੂੰ ਪੰਚ ਦੇਹ ਨੇ। ਉਹ ਆਤਮ ਵਸਤੂ ਦੇ ਬਗੈਰ ਦੁੱਖ ਹੈ ਬਹੁਤ ਜ਼ਿਆਦਾ। ਉਹ ਵਸਤ ਹੈ ਗੋਚਰ 28 ਅਨੁਭਵ ਦੇ ਦੇਸ਼ ਵਿੱਚ। ਉਹ ਆਤਮ ਵਸਤੂ ਉਵੇਂ ਜਿਵੇਂ ਸਥਿਤ ਪਈ ਹੈ, ਕਿਤੋਂ ਆਉਣੀ ਨਹੀਂ, ਕਿਤੋਂ ਜਾਣੀ। ਉਹ ਪਰਮੇਸ਼ਰ ਦਾ ਨਾਮ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਨ ਸਮਾਤ ਅਨਹਤ ਨਾਥ, ਕਹਿ ਨਾ ਜਾਈ ਚੱਜ ਵਿਸਮਾਤ। ਉਹ ਨਾਮ ਸੱਤਾ ਤੇਰੇ ਅੰਦਰ ਹੈ ਤੇ ਅੰਦਰ ਰਹਿੰਦੀ ਹੈ। ਉਹ ਦੇਹੀ ਦੇ ਵਿੱਚ ਰਹਿੰਦਾ। ਤੇ ਉਹਦਾ ਪਤਾ ਕਿਵੇਂ ਲੱਗਦਾ ਹੈ ਵੀ ਮੈਨੂੰ ਪ੍ਰਾਪਤ ਹੋ ਗਈ? ਕਹਿੰਦੇ ਸੁਨ ਸਮਾਦ ਅਨਹਤ ਨਾਦ। ਉੱਥੇ ਫੁਰ ਵਸਦਾ ਹੈ, ਮਨ ਨਹੀਂ ਉੱਥੇ ਰਿਹਾ ਕਰਦਾ, ਉਨਮਨ ਬਣ ਜਾਇਆ ਕਰਦਾ। ਫੁਰਨਾ ਖਤਮ ਹੋ ਜਾਂਦਾ ਤੇ ਕੌਸਮਿਕ ਫੁਰਨਾ ਉਹਦੇ ਵਿੱਚ ਕੰਮ ਕਰਨ ਲੱਗ ਜਾਂਦਾ। ਉਹ ਸਰੀਰ ਵਿੱਚ ਰੱਬ ਕੰਮ ਕਰਦਾ ਹੈ, ਫਿਰ ਉਹ ਜੀਵ ਨਹੀਂ ਕੰਮ ਕਰਦਾ ਉਹਦੇ ਵਿੱਚ। ਤੇ ਪਰਮੇਸ਼ਰ ਦਾ ਰੂਪ ਹੋ ਜਾਂਦਾ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹ ਆ, ਭੇਦ ਨਾ ਜਾਣੋ ਮੂਲ ਸਾਈਂ ਜੇ ਆ। ਕੀ ਭੇਦ ਜਾਣਦਾ ਹੈ? ਉਹ ਤਾਂ ਵਾਹਿਗੁਰੂ ਵਰਗਾ ਹੈ ਤੇ ਵਾਹਿਗੁਰੂ ਵਰਗਾ ਹੀ ਹੋਣ ਕਰਕੇ ਕੋਈ ਫਰਕ ਨਹੀਂ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਉਂ ਜਲ ਤਰੰਗ ਉੱਠੇ ਬਹੁ ਭਾਤੀ, ਫਿਰ ਸੱਲਾ ਸਲਲ ਸਮਾਏਂਦਾ। ਜਿਵੇਂ ਜਲ ਦੇ ਵਿੱਚੋਂ ਤਰੰਗ ਉੱਠਦੀ ਹੈ, ਐਸੇ ਤਰ੍ਹਾਂ ਉਹ ਫੇਰ ਮੁੜ ਕੇ ਜਲ ਦੇ ਵਿੱਚ ਸਮਾ ਜਾਇਆ ਕਰਦਾ। ਸੋ ਐਸਾ ਜੋ ਪਰਮੇਸ਼ਰ ਹੈ ਉਹ ਕੋਈ ਬਾਹਰੋਂ ਨਹੀਂ ਆਉਂਦਾ, ਤੇਰੇ ਅੰਦਰ ਹੀ ਵਸਦਾ ਹੈ। ਜਦ ਭਰਮ ਦੂਰ ਹੋ ਗਿਆ ਉਸ ਵੇਲੇ ਉਹ ਪਰਮੇਸ਼ਰ ਦਾ ਗਿਆਨ ਹੋ ਜੂ, ਫਿਰ ਦੂਰ ਨਹੀਂ ਰਹਿੰਦਾ। ਉਸ ਵੇਲੇ ਪ੍ਰਤੱਖ ਨਜ਼ਰ ਆਏਗਾ। ਏਕਾ ਸੰਗਤ ਇਕਤ ਗ੍ਰਹਿ ਮਿਲਤੇ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਆਪਸ ਵਿੱਚ ਬੋਲਦੇ ਹੀ ਨਹੀਂ ਦੋਏ, ਕਿਉਂ? ਘਰ ਨਹੀਂ ਵੜਦਾ, ਵਾਰ-ਵਾਰ ਰਹਿੰਦਾ। 9 ਦੁਆਰਿਆਂ 'ਚ ਹੀ ਭੱਜਿਆ ਹੀ ਫਿਰਦਾ। 9 ਦੁਆਰੇ ਕਾਇਆ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਹ ਜੋ ਸਰੀਰ ਹੈ ਇਹਦੇ 9 ਦੁਆਰੇ ਤਾਂ ਪ੍ਰਗਟ ਕਰ ਦਿੱਤੇ। 2 ਅੱਖਾਂ, 2 ਨਾਸਕਾਂ, ਮੂੰਹ, 2 ਕੰਨ ਤੇ 2 ਮਲ ਮੂਤਰ ਦੇ ਅੰਦਰ ਇਹ ਪ੍ਰਗਟ ਨੇ। ਲੇਕਿਨ ਇਹਦੇ ਅੰਦਰ ਆਤਮ ਜੋ ਦ੍ਰਿਸ਼ਟੀ ਵਾਲੀ ਤੀਸਰੀ ਅੱਖ, ਥਰਡ ਆਈ, ਸ਼ਿਵ ਨੇਤਰ, ਅਨੁਭਵ ਦੀ ਅੱਖ, ਬਿਆਨ ਅੱਖੜੀਆਂ ਜਿਹੜੀਆਂ ਨੇ ਉਹ ਗੁਪਤ ਪਈ ਹੈ, ਉਹ ਨਹੀਂ ਖੁੱਲ੍ਹਦਾ। ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਰੀਜਾ। ਜਿੰਨਾ ਚਿਰ ਗੁਰੂ ਦਾ ਸ਼ਬਦ ਇਸ ਨੂੰ ਪ੍ਰਾਪਤ ਨਹੀਂ ਹੁੰਦਾ, ਉਹ ਵਜਰ ਕਪਾਟ ਖੁੱਲ੍ਹਦਾ ਨਹੀਂ। ਜਦੋਂ ਖੁੱਲ੍ਹ ਗਿਆ ਫਿਰ ਕੋਈ ਨਿਸ਼ਾਨੀ ਹੈ? ਕਹਿੰਦੇ ਹਾਂ। ਅਨਹਦ ਬਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਕਹਿੰਦੇ ਫਿਰ ਤੈਨੂੰ ਆਪੇ ਹੀ ਪਤਾ ਲੱਗ ਜੂ। ਕੌਸਮਿਕ ਜਿਹੜਾ ਮਿਊਜ਼ਿਕ ਹੈ, ਜੋ ਦਰਗਾਹੀ ਕੀਰਤਨ ਹੈ, ਜੋ ਪਰਮੇਸ਼ਰ ਦੇ ਦੁਆਰੇ ਦਾ ਨਾਦ ਹੈ, ਬਗੈਰ ਵਜਾਇਆ ਵੱਜਦਾ ਹੈ ਭਾਈ, ਉਹ ਤੇਰੇ ਅੰਦਰ ਵੱਜਣਾ ਸ਼ੁਰੂ ਹੋ ਜਾਏਗਾ। ਸਾਰੇ ਸੰਸਾਰ ਦਾ ਰਾਗ ਉਹਦੇ ਵਿੱਚੋਂ ਨਿਕਲਿਆ, ਸਾਰੇ ਸੰਸਾਰ ਦਾ ਆਰਟ ਉਸ ਬਿਊਟੀ 'ਚੋਂ ਨਿਕਲਿਆ। ਪਰਮੇਸ਼ਰ ਜਦ ਤੇਰੀ ਸੁਰਤ ਤੇ ਨਿਰਤ ਦੀ ਅੱਖ ਖੁੱਲ੍ਹ ਗਈ
ਉਸ ਵੇਲੇ ਕੀ ਹੋਏਗਾ? ਤੇ ਸੁਰਤ ਦੇ ਨਾਲ ਤਾਂ ਤੈਨੂੰ ਦਿਖੇ ਸੁਣੇਗਾ, ਨਿਰਤ ਦੇ ਨਾਲ ਦਿਖੇਗਾ। ਨਿਰਤ ਨਾਲ ਕੀ ਦਿਖੇਗਾ? ਤਿਤ ਕਾਟ ਅੰਤਰ ਚਾਨਣਾ ਕਰ ਭਗਤ ਮਲੀਜੈ, ਪ੍ਰਕਾਸ਼ ਹੋ ਜਾਏਗਾ। ਨਾਮ ਜਪਤ ਕੋਟ ਸੂਰਜ ਸੂਰ ਉਜਿਆਰਾ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਤੇਰੇ ਅੰਦਰ ਹੋ ਜਾਏਗਾ। ਲੇਕਿਨ ਇਹ ਸੂਰਜ ਤੇਰੇ ਅੰਦਰ ਪ੍ਰਕਾਸ਼ ਨਹੀਂ ਕਰਦੇ। ਜੇ 100 ਚੰਦਾ ਉਗਵੇ ਸੂਰਜ ਚੜੇ 1000, ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹ ਪ੍ਰਕਾਸ਼ ਹੋ ਰਿਹਾ, ਇਹ ਪ੍ਰਕਾਸ਼ ਹੋ ਰਿਹਾ। ਉਹ ਪਰਮ ਪ੍ਰਕਾਸ਼ ਤੇਰੇ ਅੰਦਰ ਹੋ ਜਾਏਗਾ। ਫਿਰ ਤੈਨੂੰ ਰੱਬ ਦਿਸ ਜਾਏਗਾ। ਪ੍ਰੇਮੀਆਂ, ਸਭ ਮੈਂ ਏਕੋ ਵਰਤਦਾ ਜਿਨ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ। ਸੋ ਉਹਨੇ ਵਜਰ ਕਪਾਟ ਜੜ ਦਿੱਤੇ, ਉਹ ਖੁੱਲ੍ਹਦੇ ਨਹੀਂ ਹੈਗੇ। ਤਾਲਾ ਲੱਗ ਗਿਆ ਇੱਕ ਤਰ੍ਹਾਂ ਦਾ ਨਾਲ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ। ਉਹਨੇ ਤਾਲਾ ਲਾਤਾ, ਤਾਲਾ ਲਾ ਕੇ ਕੁੰਜੀ ਫੜਾਤੀ ਸੰਤਾਂ ਨੂੰ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ, ਤਨ ਛਤ ਨਾਨਕ ਗੁਰਵਿਨ ਮਨ ਕਾ ਤਾਗ। ਨਾ ਉਪੜੇ ਉਗਰੇ ਅਗਲ ਨਾ ਕੁੰਜੀ ਅਵਰ ਨਾ ਕੁੰਜੀ ਹੈ। ਉਹ ਕੁੰਜੀ ਗੁਰੂ ਦੇ ਕੋਲ ਹੈ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਬਿਨ ਸ਼ਬਦੇ ਅੰਤਰ ਹਨੇਰਾ। ਨਾ ਬਸ ਲਹੇ ਨਾ ਚੁਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾਹੀ। ਗੁਰ ਪੂਰੇ ਭਾਗ ਮਿਲਾਵਣੇ। ਇਹ ਤਾਂ ਕੁੰਜੀ ਪੂਰੇ ਮਹਾਂਪੁਰਸ਼ਾਂ ਦੇ ਕੋਲ ਹੈ, ਹੋਰ ਤਾਂ ਕਿਤੇ ਹੈ ਨਹੀਂ। ਇਹ ਮਿਲਾ ਨਹੀਂ ਕੋਈ ਸਕਦਾ। ਫਿਰੀ ਜਾ ਜਿੰਨਾ ਚਿਰ ਫਿਰਨਾ, ਜਿੰਨੇ ਜਨਮ ਭਟਕਣਾ ਭਟਕੀ ਜਾ, ਰੱਬ ਨਹੀਂ ਮਿਲੇਗਾ ਕਦੇ ਵੀ ਜਦ ਤੱਕ ਤਾਲਾ ਨਹੀਂ ਅੰਦਰਲਾ ਖੁੱਲ੍ਹਦਾ। ਜਦੋਂ ਅੰਦਰਲੇ ਤਾਲੇ ਖੁੱਲ੍ਹ ਕੇ ਰੂਹ ਨੇ ਅੰਦਰ ਚੜ੍ਹਾਈ ਕੀਤੀ, ਉਸ ਵੇਲੇ ਸ਼ਬਦ ਸੁਣਨਾ ਸ਼ੁਰੂ ਹੋ ਜਾਏਗਾ। ਸੁਰਤ ਜਾਗ ਪਏਗੀ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਉੱਥੇ ਆਤਮ ਵਿਸ਼ੈਣੀ ਬੁੱਧ ਪ੍ਰਾਪਤ ਹੋ ਜਾਏਗੀ, ਜਿਹੜੀ ਰੱਬ ਨੂੰ ਅਨੁਭਵ ਕਰ ਸਕਦੀ ਹੈ, ਦੇਖ ਕਰ ਸਕਦੀ। ਸੋ ਜਿੰਨੇ ਬਾਕੀ ਦੇ ਉਪਾਵ ਨੇ ਕਰ ਲੈ, ਤੀਰਥ ਯਾਤਰਾ ਕਰ ਲੈ, ਦਾਨ ਕਰ ਲੈ, ਨੱਠ ਲੈ, ਭਜ ਲੈ, ਖੱਪ ਲੈ, ਪੜ੍ਹ ਲੈ, ਪੜ੍ਹ ਪੜ੍ਹ ਜਿੰਨਾ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆ ਖਾਦ। ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਨਾਨਕ ਦੇਖੇ ਇੱਕ ਗੱਲ ਹੋਰ ਹਉਮੈ ਝਗਣਾ ਚਾਲ ਨਹੀਂ ਮਿਲਣਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਨਕ ਆਮ ਵਧਵਾਦੇ। ਪਿਆਰੇ ਇਨ ਵਿਧ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕ। ਉਹ ਚਾਬੀ ਨਹੀਂ ਮਿਲਦੀ, ਵਿਵੇਕ ਦੀ ਬੁੱਧੀ ਪ੍ਰਾਪਤ ਨਹੀਂ ਹੁੰਦੀ। ਸੋ ਪ੍ਰੇਮੀਆਂ, ਰੱਬ ਨੂੰ ਮਿਲਣਾ ਚਾਹੁੰਦਾ ਹੈ ਤਾਂ ਗੁਰੂ ਪੂਰਾ ਢੋਲ ਲੈ ਕੋਈ। ਜਦ ਤੱਕ ਗੁਰੂ ਦੀ ਤੈਨੂੰ ਸੰਗਤ ਪ੍ਰਾਪਤ ਨਹੀਂ ਹੁੰਦੀ, ਗੁਰੂ ਚਾਬੀ ਨਹੀਂ ਦਿੰਦਾ, ਓਨੀ ਦੇਰ ਤੱਕ ਨਹੀਂ ਮਿਲਣਾ। ਸੋ ਉਹਦੇ ਵਾਸਤੇ ਜਿਨ ਕੇ ਬੰਧਨ ਕਾਟੇ ਸਤਿਗੁਰ, ਜਿਹਦੇ ਗੁਰੂ ਨੇ ਬੰਧਨ ਕੱਟ ਦਿੱਤੇ, ਉਹਦੀ ਨਿਸ਼ਾਨੀ ਕੀ ਹੋਏਗੀ? ਤੈਨੂੰ ਸਾਧ ਸੰਗਤ ਲਿਵ ਲਾਈ। ਉਹਨੇ ਸਾਧੂਆਂ ਦੀ ਸੰਗਤ 'ਚ ਲਿਵ ਲਾ ਲਈ, ਪਿਆਰ ਲਾ ਲਿਆ। ਉਹ ਰਹਿ ਨਹੀਂ ਸਕਦਾ ਸੰਗਤ ਤੇ ਬਿਨਾਂ। ਸਾਧੂਆਂ ਦਾ ਸਤਿਕਾਰ ਕਰਦਾ ਹੈ, ਉਹਨਾਂ ਦੇ ਨਾਲ ਪਿਆਰ ਕਰਦਾ ਹੈ। ਆਪੇ ਨਹੀਂ ਬਣਦਾ, ਆਪੇ ਬਣ ਕੇ ਜਿਹੜਾ ਵੀ ਬਣੇਗਾ ਉਹ ਟੁੱਟ ਜਾਏਗਾ, ਕਿਉਂਕਿ ਉਹਦੀ ਈਗੋ ਨਹੀਂ ਖਤਮ ਹੁੰਦੀ, ਆਪੇ ਬਣਿਆ ਹੋਇਆ। ਉਹ ਤਾਂ ਸਾਧੂ ਮਿਲ ਜਾਵੇ। ਸਾਧੂ ਦੀ ਅਵਸਥਾ ਬਹੁਤ ਉੱਚੀ ਮਹਾਰਾਜ ਨੇ ਦੱਸੀ ਹੈ ਕਿ ਸਾਧੂ ਤਾਂ ਜਿਹੜੇ ਹਨ, ਸਾਰੇ ਤੀਰਥ ਉਹਨਾਂ ਦੀ ਧੂੜੀ ਦੀ ਲੋਚਾ ਕਰਦੇ ਨੇ। ਗੰਗਾ ਜਮਨਾ ਗੋਦਾਵਰੀ ਸਰੁਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਉਂ ਕਰਦੇ ਨੇ? ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ। ਕਹਿੰਦੇ ਮੈਲ ਭਰੀ ਪਈ ਹੈ, ਪਾਪੀ ਇਸ਼ਨਾਨ ਕਰ ਜਾਂਦੇ ਨੇ। ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ 68 ਮੱਜਨ ਨਾਈ, ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ। ਸਭ ਦੁਰਮਤ ਮੈਲ ਗਵਾਈ। ਜਦੋਂ ਸਤ ਸੰਗਤ ਮਿਲ ਗਿਆ, ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ। ਆਦਮੀਆਂ ਦੇ ਇਕੱਠ ਨੂੰ ਸਤਸੰਗ ਨਹੀਂ ਕਹਿੰਦੇ। ਸਤਸੰਗ ਤਾਂ ਜਦ ਤੱਕ ਸਾਧੂ ਨਹੀਂ ਹੁੰਦਾ, ਸਤ ਦੀ ਸੰਗਤ ਨਹੀਂ ਹੁੰਦੀ। ਸਤ ਨੂੰ ਦੱਸਣ ਵਾਲਾ ਜਿੰਨਾ ਚਿਰ ਬੰਦਾ ਵਿੱਚ ਨਹੀਂ ਹੈ, ਰੀਅਲਾਈਜ਼ ਸੋਲ ਜਿੰਨਾ ਚਿਰ ਨਹੀਂ, ਸਤਸੰਗ ਨਹੀਂ, ਉਹਨਾਂ ਚਿਰ ਬੈਠਦੇ ਨੇ, ਆਪਣੀਆਂ ਗੱਲਾਂ ਮਾਰਦੇ ਨੇ। ਅਨੁਭਵੀ ਹੋਣਾ ਉਲਟ ਰਸਤੇ 'ਤੇ ਪਾ ਦਿੰਦੇ। ਉਹਦੀ ਤਾਂ ਇੰਨਾ ਪ੍ਰਤਾਪ ਹੈ ਕਿ ਜੇ ਉਹਦੀ ਧੂੜੀ ਵੀ ਪੈ ਜਾਵੇ, ਸਾਰੀ ਦੁਰਮਤ ਖੋਟੀ ਮੱਤ ਜਿਹੜੀ ਦੁਐਤ ਦੀ ਮੱਤ ਆ, ਉਹ ਖਤਮ ਹੋ ਕੇ ਬਰਮ ਬਿਰਤੀ ਜਾਗ ਪੈਂਦੀ ਹੈ। ਜਾਰ ਨਵੀ ਤਪ ਭਗੀਰ ਥੀ ਆਣੀ, ਕੇਦਾਰਾ ਥਾਪਿਓ ਮੈਂ ਸਾਈ। ਕਾਂਸੀ ਕ੍ਰਿਸ਼ਨ ਚਲਾਵਤ ਗਾਉ,
मिल हर जन पाई। जितने तीर्थ देवी थापे सब तितने लोचे धूर साधु की ताई। हर का संत मिले गुर साधु लय तिसकी धूर मुख लाई। जितनी श्रेष्ठ तुम्हारी तुमरी मेरे स्वामी सब तितनी लोचे धूर साधु की ताई। नानक ललाट होवे जिस लिखिया तिस साधु धूर दे हर पार लंघाई। ਉਹਨੂੰ ਸਾਧੂ ਦੀ ਧੂਰ ਦੇ ਕੇ ਪਾਰ ਲੰਘਦਾ। ਹੋਰ ਕੋਈ ਰਸਤਾ ਨਹੀਂ। ਮਹਾਰਾਜ ਕਹਿੰਦੇ ਨਾ ਹੋਰ ਰਸਤਾ ਨਹੀਂ ਹੈ। ਕਰਮ ਧਰਮ ਪਾਖੰਡ ਜੋ ਦੀਸੇ ਤਿਨ ਜਮ ਜਗਾਤੀ ਲੂਟੇ। ਨਿਰਵਾਣ ਕੀਰਤਨ ਗਾਵੋ ਕਰਤੇ ਘਰ ਨਿਮਕ ਸਿਮਰਤ ਗਿਰ ਛੂਟੇ। ਵੇਦ ਪੁਰਾਨ ਸਿਮਰਤ ਸਭ ਸਾਜ ਤਿਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ ਤਾਂ ਕਿ ਨਿਰਮਲ ਸੋਈ। ਤੇ ਇਹਦੇ ਨਾਲ ਵੇਦ ਕਿਤੇ ਪੜ੍ਹੇ ਨਹੀਂ ਹੁੰਦੀ ਹੈ। ਤੇ ਬਾਕੀ ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲਮੈ ਮੈਲ ਭਰੀਜੈ। 68 ਤੀਰਥਾਂ ਦੀ ਗੱਲ ਕੀ ਕਰਦਾ ਤੂੰ? ਕਰੋੜਾਂ ਤੀਰਥਾਂ 'ਚ ਨਹਾ ਲੈ। ਤੀਰਥ ਦਾ ਤੈਨੂੰ ਅਸਲੀ ਪ੍ਰਾਪਤ ਨਹੀਂ ਹੋਇਆ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਵਾ ਦਸਾਰਾ। ਹਉ ਨਾਮ ਹਰ ਕਾ ਸਦਾ ਜਾਚੋ ਦੇਹ ਪ੍ਰਭ ਧਰਨੀ ਧਰਾ। ਤੀਰਥ ਦਾ ਗੁਰੂ ਹੋਇਆ ਕਰਦਾ, ਸੰਤ ਹੋਇਆ ਕਰਦੇ ਨੇ। ਜੰਗਮ ਤੀਰਥ ਇੱਕ ਜੜ ਤੀਰਥ ਹੋਇਆ ਕਰਦੇ ਨੇ। ਜੜ ਤੀਰਥਾਂ 'ਤੇ ਆਪ ਜਾਣਾ ਪੈਂਦਾ ਹੈ, ਲੇਕਿਨ ਉੱਥੇ ਇੱਕ ਪਾਪ ਕਹਿੰਦੇ ਨੇ ਲੈਂਦਾ ਹੈ। ਲੇਕਿਨ ਜਿਹੜਾ ਜੰਗਮ ਤੀਰਥ ਹੈ, ਤੀਰਥ ਕੀਏ ਏਕ ਫਲ। ਸੰਤ ਮਿਲੇ ਫਲ ਚਾਰ ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਸੋ ਗੁਰੂ ਜਿਹੜਾ ਹੈ ਉਹ ਅੰਮ੍ਰਿਤਸਰ ਤੀਰਥ ਹੈ। ਅੰਮ੍ਰਿਤ ਦਾ ਸਰੋਵਰ ਕੇਵਲ ਗੁਰੂ ਹੈ। ਅਤੇ ਉਹਦਾ ਸੰਤਾਂ ਦੀ ਧੂੜ ਲੋਚਦੇ ਨੇ। ਉਹਦੇ ਵਾਸਤੇ ਮਹਾਰਾਜ ਦਾ ਫਰਮਾਨ ਹੈ ਕਿ ਜਿਹਦੇ ਉੱਤੇ ਕਿਰਪਾਲ ਹੋ ਗਿਆ ਜਿਨ ਕੇ ਬੰਧਨ ਕਾਟੇ ਸਤਿਗੁਰ ਤਿੰਨ ਸਾਧ ਸੰਗਤ ਲਿਵ ਲਾਈ। ਉਹਦੀ ਸਾਧੂ ਦੇ ਨਾਲ ਲਿਵ ਲਾਗੀ, ਪਿਆਰ ਪੈ ਗਿਆ। ਉਹ ਧੂੜੀ ਲੋਚਦਾ ਹੈ। ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹੋ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਤੂਰੇ। ਦਾਨ ਮਹਿੰਡਾ ਤਲੀ ਖਾ ਜੇ ਮਿਲੇ ਤਾਂ ਮਸਤਕ ਲਾਈਏ। ਕੂੜਾ ਲਾਲੇ ਛੱਡੀਐ ਹੋਏ ਇੱਕ ਮਨ ਅਲਖ ਤੇ ਆਈਐ। ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ। ਜੇ ਲਿਖਿਆ ਹੋਇਆ ਮੱਤੇ ਦੇ ਅੰਦਰ ਤਾਂ ਸਾਧੂ ਦੇ ਨਾਲ ਮਿਲਾਪ ਹੁੰਦਾ। ਦੋ ਤਰ੍ਹਾਂ ਦੀ ਧੂੜੀ ਹੁੰਦੀ ਹੈ। ਇੱਕ ਜਿਹਦੀ ਧੂੜੀ ਚਰਨ ਧੂੜ ਕਹਿੰਦੇ ਨੇ, ਜਿੱਥੇ ਚਰਨ ਲੱਗ ਜਾਵੇ ਉਹ ਥਾਂ ਪਵਿੱਤਰ ਹੋ ਜਾਂਦਾ। ਇੱਕ ਮੁਖ ਦੀ ਧੂੜੀ ਹੁੰਦੀ ਹੈ ਜਿਸ ਨੂੰ ਉਪਦੇਸ਼ ਰੂਪ ਧੂੜੀ ਕਹਿੰਦੇ ਨੇ। ਸੋ ਸਾਧੂ ਦੀ ਸੰਗਤ ਵਿੱਚ ਕੀ ਹੁੰਦਾ ਹੈ? ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠੇ। ਉਹਨਾਂ ਦੇ ਦਰਸ਼ਨ ਕਰਕੇ ਹੀ ਪਰਮੇਸ਼ਰ ਚਿੱਤ ਆਉਂਦਾ ਹੈ। ਸੋ ਜਿਨ੍ਹਾਂ ਦੇ ਬੰਧਨ ਪਰਮੇਸ਼ ਕੱਟ ਦਿੰਦਾ ਹੈ ਗੁਰੂ, ਉਹਨਾਂ ਨੂੰ ਸਾਧੂਆਂ ਦੇ ਨਾਲ ਪਿਆਰ ਲੱਗ ਜਾਂਦਾ। ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਪਾਈ। ਫਿਰ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ। ਫਿਰ ਮੰਗਲਾ ਚਾਰ ਅੰਦਰ ਹੋ ਜਾਂਦੇ ਨੇ। ਅਨਹਦ ਧੁਨੀਆਂ ਵੱਜਦੀਆਂ, ਸ਼ਬਦ ਦੇ ਨਾਲ ਸਾਂਝ ਪੈ ਜਾਂਦੀ ਹੈ। ਸ਼ਬਦ ਦੀ ਸੋਝੀ ਆ ਜਾਂਦੀ ਹੈ। ਮੇਰੇ ਰਾਮ ਰਾਏ ਇਨ ਵਿਦ ਮਿਲਾਏ ਗਸਾਈ। ਕਹਿੰਦੇ ਮਿਲਣਾ ਰੱਬ ਨੂੰ ਤਾਂ ਆਹ ਜਿਹੜੀਆਂ ਗੱਲਾਂ ਦੱਸੀਆਂ ਤੇ ਇਸ ਤਰ੍ਹਾਂ ਮਿਲਦਾ। ਸਹਿਜ ਪਿਆ ਭਰਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ। ਤੇ ਹੁਣ ਇਹ ਇੱਕ ਰਸਤੇ ਦਾ ਸਾਨੂੰ ਪਤਾ ਲੱਗ ਗਿਆ ਵੀ ਰਸਤਾ ਇਸ ਤਰ੍ਹਾਂ ਹੈ। ਹੁਣ ਇਹ ਰਸਤੇ 'ਤੇ ਤੁਰਨਾ ਕਿਵੇਂ ਹੈ? ਇਹ ਵਿਚਾਰ ਇੱਕ ਵੱਖਰੀ ਹੈ ਤੇ ਬੜੀ ਵਿਆਖਿਆ ਦੀ ਮੁਹਤਾਜ ਹੈ। ਸੋ ਇਹ ਵਿਚਾਰ ਇਸ ਤੋਂ ਅੱਗੇ ਬਚਨ ਹੋਣਗੇ ਕਿਉਂਕਿ ਸਮਾਂ ਵੀ ਕਾਫੀ ਹੋ ਗਿਆ। ਇਸ ਕਰਕੇ ਉਸ 'ਤੇ ਅੱਗੇ ਫੇਰ ਵਿਚਾਰ ਕੀਤੀ ਜਾਏਗੀ। ਸੋ ਇੱਥੇ ਹੀ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।